यूजीसी ਨੈਟ ਦੀ ਤਿਆਰੀ ਕਰ ਰਹੇ ਸਾਰੇ ਵਿਦਿਆਰਥੀਆਂ ਦਾ ਅੱਜ ਦੀ ਕਲਾਸ ਵਿੱਚ ਸਵਾਗਤ ਹੈ। ਜਿਵੇਂ ਕਿ ਆਪ ਸਾਰੇ ਜਾਣਦੇ ਹੋ, ਪਿਛਲੀ ਕਲਾਸਿਸ ਦੇ ਵਿੱਚ ਆਪਾਂ ਸੂਫੀਵਾਦ ਨੂੰ ਲੈ ਕੇ ਡਿਸਕਸ਼ਨ ਕਰ ਰਹੇ ਹਾਂ, ਜੋ ਕਿ यूजीसी यूनिट ਸੈਕਿੰਡ ਹੈ। यूजीसी यूनिट ਸੈਕਿੰਡ ਦੇ ਵਿੱਚ ਸਾਡੇ ਦੋ ਕਨਸੈਪਟ ਨੇ, ਇੱਕ ਤਾਂ ਸੂਫੀਵਾਦ ਨੂੰ ਲੈ ਕੇ ਹੈ ਔਰ ਦੂਸਰਾ ਗੁਰਮਤ ਨੂੰ ਲੈ ਕੇ ਹੈ। ਆਪਾਂ ਸੂਫੀਵਾਦ ਦੀ ਸ਼ੁਰੂਆਤ ਕੀਤੀ ਹੈ। ਸੂਫੀਵਾਦ ਦੀ ਸ਼ੁਰੂਆਤ ਕਿਵੇਂ ਹੋਈ, ਕਿਵੇਂ ਸੂਫੀ ਜਿਹੜੀ ਸੰਪਰਦਾਵਾਂ ਨੇ ਉਹਨਾਂ ਦਾ ਜਨਮ ਹੋਇਆ, ਜਾਂ ਕਹਿ ਲਈਏ ਸੂਫੀਵਾਦ ਦੇ ਸਿਧਾਂਤ ਕਿਹੜੇ-ਕਿਹੜੇ ਰਹੇ, ਕਿਸ ਤਰ੍ਹਾਂ ਸੂਫੀਵਾਦ ਦੇ ਅੰਦਰ ਵੱਖ-ਵੱਖ ਪੜਾਵਾਂ ਦੇ ਉੱਤੇ ਸੂਫੀ ਕਵੀਆਂ ਨੇ ਜਿਹੜੇ ਨੇ ਵੱਖ-ਵੱਖ ਵਿਚਾਰ ਦਿੱਤੇ ਨੇ। ਤਾਂ ਇਹ ਸਾਰੀਆਂ ਗੱਲਾਂ ਆਪਾਂ ਪਿਛਲੀ ਕਲਾਸਿਸ ਦੇ ਵਿੱਚ ਡਿਸਕਸ ਕਰਕੇ ਆ ਚੁੱਕੇ ਹਾਂ। ਜੇਕਰ ਤੁਸੀਂ ਪਿਛਲੀ ਕਲਾਸਿਸ ਨਹੀਂ ਵੇਖੀਆਂ ਤਾਂ YouTube ਚੈਨਲ ਪਵਨਦੀਪ ਕੌਰ ਜੰਮੂ ਤੇ ਜਾ ਕੇ ਪਲੇਲਿਸਟ ਦੇ ਅੰਦਰ UGC ਨੈਟ ਯੂਨਿਟ 2 ਤੇ ਜਾ ਕੇ ਤੁਸੀਂ ਪਿਛਲੀ ਕਲਾਸਿਸ ਨੂੰ ਵੇਖ ਸਕਦੇ ਹੋ। ਤਾਂ ਪਿਛਲੀ ਕਲਾਸਿਸ ਦੇ ਵਿੱਚ ਹੀ ਆਪਾਂ ਸ਼ੁਰੂਆਤ ਕੀਤੀ ਸੀ ਸੂਫੀ ਸੰਪਰਦਾਵਾਂ ਦੀ। ਵੱਖ-ਵੱਖ ਸੂਫੀ ਸੰਪਰਦਾਵਾਂ ਹੋਈਆਂ, ਭਾਵੇਂ ਉਹ ਪੰਜਾਬ ਦੀ ਧਰਤੀ ਹੋਏ ਜਾਂ ਫਿਰ ਅਰਬ ਦੇਸ਼ਾਂ ਦੀ ਗੱਲ ਕਰੀਏ, ਪਰ ਜਿਹੜੀਆਂ ਮੇਨ ਚਾਰ ਸੰਪਰਦਾਵਾਂ ਨੇ ਜਿਨ੍ਹਾਂ ਨੇ ਕਾਫੀ ਵਿਕਾਸ ਕੀਤਾ, ਕਾਫੀ ਵਿਕਸਿਤ ਹੋਈਆਂ ਔਰ ਜਿਨ੍ਹਾਂ ਕਰਕੇ ਸੂਫੀਵਾਦ ਨੂੰ ਇੱਕ ਮਜ਼ਬੂਤੀ ਵੀ ਮਿਲੀ, ਤਾਂ ਉਹ ਚਾਰ ਸੰਪਰਦਾਵਾਂ ਸਨ चिश्ती संप्रदा, सोहरावर्दी संप्रदा, नक्शबंदी संप्रदा ते उसके बाद है कादरिया संप्रदा। ਤਾਂ ਇਹ ਚਾਰ ਸੰਪਰਦਾਵਾਂ ਨੇ ਜਿਨ੍ਹਾਂ ਨੇ ਕਾਫੀ ਜਿਹੜਾ ਹੈ ਨਾਮ ਖਟਿਆ ਔਰ ਜਿਨ੍ਹਾਂ ਦੇ ਕਾਰਨ ਸੂਫੀਵਾਦ ਜਿਹੜਾ ਹੈ ਕਾਫੀ ਵਿਕਸਿਤ ਹੋਇਆ ਹੈ। ਤਾਂ ਇਹਨਾਂ ਸੰਪਰਦਾਵਾਂ ਦੇ ਵਿੱਚ ਜੇਕਰ ਆਪਾਂ ਵੇਖੀਏ ਤਾਂ ਪਿਛਲੀ ਦੋ ਕਲਾਸਿਸ ਦੇ ਵਿੱਚ ਆਪਾਂ ਦੋ ਸੰਪਰਦਾਵਾਂ ਨੂੰ ਕਰ ਚੁੱਕੇ ਹਾਂ। ਪਹਿਲੀ ਚਿਸ਼ਤੀ ਸੰਪਰਦਾ, ਫਿਰ ਦੂਜੀ ਆਪਾਂ ਕੀਤੀ ਸੋਹਰਾਵਰਦੀ ਸੰਪਰਦਾ। ਤਾਂ ਅੱਜ ਦੀ ਕਲਾਸ ਵਿੱਚ ਆਪਾਂ ਕਰਾਂਗੇ ਨਕਸ਼ਬੰਦੀ ਸੰਪਰਦਾ। ਹੁਣ ਨਕਸ਼ਬੰਦੀ ਸੰਪਰਦਾ ਦਾ ਜਨਮ ਕਿਵੇਂ ਹੋਇਆ, ਜਾਂ ਨਕਸ਼ਬੰਦੀ ਸੰਪਰਦਾ ਦੇ ਜਿਹੜੇ ਵੱਖ-ਵੱਖ ਕਵੀ ਹੋਏ ਨੇ ਉਹਨਾਂ ਦੀਆਂ ਵਿਚਾਰਧਾਰਾਵਾਂ ਦੂਜਿਆਂ ਕਵੀਆਂ ਨਾਲੋਂ ਜੋ ਕਿ ਦੂਜੇ ਸੰਪਰਦਾਵਾਂ ਦੇ ਨਾਲ ਸੰਬੰਧਿਤ ਸਨ ਉਹਨਾਂ ਦੇ ਨਾਲੋਂ ਵੱਖ ਕਿਵੇਂ ਨੇ, ਤਾਂ ਇਹ ਸਾਰੀਆਂ ਗੱਲਾਂ ਆਪਾਂ ਅੱਜ ਦੀ ਕਲਾਸ ਵਿੱਚ ਡਿਸਕਸ ਕਰਾਂਗੇ। ਤੁਸੀਂ ਵਾਈਟ ਬੋਰਡ ਤੇ ਵੇਖ ਹੀ ਲਿਆ ਹੋਣਾ ਕਿ ਬਹੁਤ ਸਾਰੇ ਸੂਫੀ ਫਕੀਰਾਂ ਦੇ ਨਾਂ ਲਿਖੇ ਹੋਏ ਨੇ, ਤਾਂ ਇਹ ਤੁਸੀਂ ਟੇਕ ਡਾਊਨ ਵੀ ਕਰ ਸਕਦੇ ਹੋ, ਸਕਰੀਨਸ਼ਾਟ ਲੈ ਕੇ ਇਸ ਦਾ ਰੱਖ ਲਓ। ਸਬਜੈਕਟਿਵ ਪੇਪਰ ਲਈ ਕਾਫੀ ਇੰਪੋਰਟੈਂਟ ਰਹੇਗਾ ਤੁਹਾਡੇ ਲਈ। ਤਾਂ ਪਹਿਲਾਂ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਲਓ। आई होप कि तुसी स्क्रीनशॉट ले लिया होवेगा। हुण जेकर असी वाइट बोर्ड ते वेखिए तो सब तो पहले ना आंदा है अबू याकूब अल हमदानी, जिन्हां नूं यूसुफ हमदानी भी कहा गया। दूजा नाम है ख्वाजा बहाउद्दीन नक्शबंद बुखारी और इस तो बाद है शेख बाकी बिल्ला। फिर है शेख अहमद सरहिंदी, ख्वाजा याकूब चरखी, ख्वाजा नसीर उद्दीन अहरार और ख्वाजा हुसाम अलवी हुसैनी, मौलाना खालिद बगदादी आदि। इस तो अलावा भी बहुत सारे सूफी फकीर होए ने जिन्हां दा संबंध जिहड़ा है नक्शबंदी सिलसिले दे नाल रहा, पर ये कुछ को मेन जिहड़े सूफी फकीर ने, क्योंकि जद भी तुहानू सबजैक्टिव पेपर आउंदा है तो उस दे विच तुसी 3-4 नां नहीं देने हुंदे, ज़्यादा ना मतलब 5-6 नां दे के फिर तुसी जिहड़ा अपना ये सिलसिला है वो उसका जिहड़ा पिछोकड़ है या उस दे विच जिहड़े वख-वख सूफिया ने योगदान पाए ने वो तुसी डिस्कस लिख सकते हो। तो जेकर असी सब तो पहले सूफी फकीर की गल करिए, अबू याकूब अल हमदानी यूसुफ, जिन्होंने यूसुफ हमदानी भी कहा गया, तो ये जड़े ने ये नक्शबंदी सिलसिले के फाउंडर नहीं ने, क्योंकि जब भी आप अव्वल दर्जे ते देखते हैं जिस भी सूफी फकीर का नाम होंदा है तो वह सूफी फकीर उस सिलसिले का या उस ऑर्गेनाइजेशन का फाउंडर होंदा है। पर ये इत्थे इस सिलसिले के फाउंडर नहीं ने, बल्कि ये जड़े होए ने अबू याकूब अल हमदानी यूसुफ, जिन्होंने यूसुफ हमदानी भी कहा गया, ये इस सिलसिले के मॉडरेटर होए ने। मॉडरेटर संचालक, जिन्होंने आप पंजाबी दे विच संचालक आखते हाँ, संचालक होए ने या कह लीए टीचर होए ने, जिन्होंने इस नक्शबंदी सिलसिले का जिहड़ा है प्रचार और प्रसार किया, इसनूं विकसित करन दे विच, इसके विकास दे विच भी इन्होंने काफ़ी योगदान पाया, पर ये इसके फाउंडर पर्सन नहीं ने। हुण जेकर असी सारे सूफी फकीरां दे विच वेखिए तो बहुत वड्डा विशा नहीं है ये, क्योंकि इस दे विच आपां तीन जेड़े ने मेन जेड़े सूफी फकीर होए ने जिन्हां दा संबंध नक्शबंदी संप्रदा दे नाल है और जिन्हां ने बहुत वड्डे लैवल उत्ते इस संप्रदा नूं विकसित किया।
ਤਾਂ ਤਿੰਨ ਜਿਹੜੇ ਆਪਾਂ ਸੂਫੀ ਫਕੀਰਾਂ ਦੇ ਜੀਵਨ ਨੂੰ ਵੇਖਣਾ ਹੈ, ਉਹਨਾਂ ਦਾ ਯੋਗਦਾਨ ਕਿਸ ਤਰ੍ਹਾਂ ਉਹਨਾਂ ਨੇ ਇਸ ਸਿਲਸਿਲੇ ਨੂੰ ਵਿਕਸਿਤ ਕੀਤਾ, ਉਹਨਾਂ ਚੀਜ਼ਾਂ ਦੇ ਉੱਪਰ ਆਪਾਂ ਧਿਆਨ ਦੇਣਾ ਹੈ। ਪਹਿਲਾ ਨੇ ख्वाजा बहाउद्दीन नक्शबंद, दूजे ने शेख बाकी बिल्ला और उसके बाद ने शेख अहमद सरहंदी। ख्वाजा बहाउद्दीन, शेख बाकी बिल्ला और शेख अहमद सरहंदी, ਇਹ ਜਿਹੜੇ ਤਿੰਨ ਸੂਫੀ ਫਕੀਰ ਨੇ ਇਹ ਨਕਸ਼ਬੰਦੀ ਸਿਲਸਿਲੇ ਦੇ ਵਿੱਚ ਆਪਾਂ ਡਿਸਕਸ ਕਰਨੇ ਨੇ, ਕਿਉਂਕਿ ਇਹਨਾਂ ਦਾ ਹੀ ਮੇਨ ਰੋਲ ਰਿਹਾ ਹੈ। ਕਿਉਂਕਿ ਜੇਕਰ ਅਸੀਂ ਪਿਛਲੀ ਕਲਾਸਿਸ ਦੇ ਵਿੱਚ ਵੇਖੀਏ ਤਾਂ ਪਿਛਲੀ ਕਲਾਸਿਸ ਦੇ ਵਿੱਚ ਵੀ ਆਪਾਂ ਇਹੀ ਕੀਤਾ ਕਿ ਵੇਖਿਆ ਕਿ ਉਸਦਾ ਫਾਊਂਡਰ ਪਰਸਨ ਕਿਹੜੇ ਰਹੇ ਨੇ, ਦੂਜਾ ਕਿ ਭਾਰਤ ਦੇ ਵਿੱਚ ਕਿਹੜੇ ਸੂਫੀ ਫਕੀਰ ਨੇ ਜਿਨ੍ਹਾਂ ਨੇ ਉਸ ਸਿਲਸਿਲੇ ਨੂੰ ਭਾਰਤ ਦੇ ਵਿੱਚ ਵਿਕਸਿਤ ਕੀਤਾ, ਤੇ ਉਸ ਦੇ ਬਾਅਦ ਆਪਾਂ ਹੋਰ ਸੂਫੀ ਫਕੀਰ ਦੇਖੇ ਜਿਨ੍ਹਾਂ ਨੇ ਵੱਡੇ ਲੈਵਲ ਉੱਤੇ ਉਸ ਸਿਲਸਿਲੇ ਦੇ ਵਿੱਚ ਵਿਕਾਸ ਕੀਤਾ ਹੋਵੇ ਜਾਂ ਉਸਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਹੋਵੇ। ਤਾਂ ਇੱਥੇ ਆਪਾਂ ਤਿੰਨ ਸੂਫੀ ਫਕੀਰਾਂ ਦੀ ਗੱਲ ਕਰਾਂਗੇ, ख्वाजा बहाउद्दीन नक्शबंद बुखारी, शेख बाकी बिल्ला और शेख अहमद सरहंदी। क्योंकि जेकर ਅਸੀਂ ख्वाजा बहाउद्दीन नक्शबंद बुखारी ਦੀ ਗੱਲ ਕਰੀਏ ਤਾਂ ਇਹ ਨਕਸ਼ਬੰਦੀ ਸਿਲਸਿਲੇ ਦੇ ਫਾਊਂਡਰ ਪਰਸਨ ਰਹੇ ਨੇ, ਮਤਲਬ ਕਿ ਇਹਨਾਂ ਤੋਂ ਹੀ ਜਿਹੜਾ ਹੈ ਨਕਸ਼ਬੰਦੀ ਸਿਲਸਿਲਾ ਸ਼ੁਰੂ ਹੋਇਆ ਹੈ, ਤਾਂ ਇਹ ਫਾਊਂਡਰ ਰਹੇ ਨੇ। जेकर ਅਸੀਂ ਗੱਲ ਕਰੀਏ ਤਾਂ ਇਹ ਸੰਸਥਾਪਕ ਰਹੇ ਨੇ ख्वाजा बहाउद्दीन नक्शबंद बुखारी। ਇਹ ਨਾਮ ਤੁਸੀਂ ਯਾਦ ਰੱਖਣਾ ਹੈ ਕਿ ਨਕਸ਼ਬੰਦੀ ਸਿਲਸਿਲੇ ਦੇ ਫਾਊਂਡਰ ਉਸਦੇ ਸੰਸਥਾਪਕ ਕੌਣ ਹੋਏ ਨੇ, ख्वाजा बहाउद्दीन नक्शबंद बुखारी। ਕਈ ਜਗ੍ਹਾ ਨਕਸ਼ਬੰਦ ਹੀ ਮਿਲੇਗਾ ਤੁਹਾਨੂੰ ਔਰ ਕਈ ਜਗ੍ਹਾ ਉਹਨਾਂ ਦੇ ਨਾਲ ਬੁਖਾਰੀ ਲਿਖਿਆ ਵੀ ਮਿਲੇਗਾ, ਤਾਂ ਇਹ ਚੀਜ਼ਾਂ ਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਪਿਛਲੀ ਕਲਾਸਿਸ ਦੇ ਵਿੱਚ ਵੀ ਮੈਂ ਖਾਸ ਕਰਕੇ ਇਸੇ ਗੱਲ ਉੱਤੇ ਡਿਸਕਸ਼ਨ ਕੀਤੀ ਸੀ ਕਿ ਕਈ ਜਗ੍ਹਾ ਤੇ ਤੁਹਾਨੂੰ ਪੂਰਾ ਨਾਮ ਸੂਫੀ ਫਕੀਰ ਦਾ ਲਿਖਿਆ ਹੋਇਆ ਮਿਲੇਗਾ ਔਰ ਕਈ ਜਗ੍ਹਾ ਸ਼ਾਰਟ ਦੇ ਵਿੱਚ ਹੀ ਲਿਖਿਆ ਹੋਇਆ ਹੈ, ਤਾਂ ਉਹਨਾਂ ਚੀਜ਼ਾਂ ਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਅਗਰ ਪੂਰਾ ਨਾਮ ਨਹੀਂ ਯਾਦ ਹੁੰਦਾ ਤਾਂ ਜੋ ਸ਼ਾਰਟ ਨਾਮ ਹੈ ਤੁਸੀਂ ਉਹ ਕਰ ਸਕਦੇ ਹੋ, ਜਿਵੇਂ ਇੱਥੇ ਤੁਸੀਂ ਬਹਾਉਦੀਨ ਨਕਸ਼ਬੰਦ ਜਾਂ ਬਹਾਉਦੀਨ ਨਕਸ਼ਬੰਦ ਬੁਖਾਰੀ ਦੇ ਨਾਲ ਵੀ ਲਿਖ ਸਕਦੇ ਹੋ। ਤਾਂ ख्वाजा बहाउद्दीन नक्शबंद बुखारी ਜਿਹੜੇ ਨੇ ਜਿਨ੍ਹਾਂ ਦਾ ਸਮਾਂ 1318 ਤੋਂ ਲੈ ਕੇ 1389 तक रहा, जो कि इस सिलसिले के जोड़े फाउंडर रहे ने, संस्थापक रहे ने। हुण जेकर असी अगे गल करिए तो शेख बाकी बिल्ला जो होए ने, शेख बाकी बिल्ला जिन्हां ने इस सिलसिले नूं भारत दे अंदर विकसित किया, भारत दे अंदर स्थापित करन वाले नक्शबंदी सिलसिले नूं ओ सन शेख बाकी बिल्ला। भारत दे अंदर ये फाउंडर रहे ने, भारत दे अंदर। ਤੇ ਉਸ ਦੇ ਬਾਅਦ ਹੈ ਸਾਡੇ ਕੋਲ ਤੀਜਾ ਨਾਮ ਸ਼ੇਖ ਅਹਿਮਦ ਸਰਹੰਦੀ। ਸ਼ੇਖ ਅਹਿਮਦ ਸਰਹੰਦੀ ਜਿਨ੍ਹਾਂ ਦਾ ਨਾਮ ਬਹੁਤ ਵੱਡੇ ਲੈਵਲ ਉੱਤੇ ਆਉਂਦਾ ਹੈ ਭਾਰਤ ਦੇ ਅੰਦਰ। ਜੇਕਰ ਅਸੀਂ ਵੇਖੀਏ ਤਾਂ ਅਗਰ ਅਸੀਂ ਪੰਜਾਬੀ ਸਾਹਿਤ ਦੇ ਅੰਦਰ ਦੇਖੀਏ ਤਾਂ ਸ਼ੇਖ ਅਹਿਮਦ ਸਰਹੰਦੀ ਦਾ ਨਾਂ ਜੋ ਹੈ ਉਹ ਕਾਫੀ ਵੱਡੇ ਲੈਵਲ ਉੱਪਰ ਆਪਾਂ ਵੇਖਦੇ ਹਾਂ, ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਜਦ ਸ਼ਹਾਦਤ ਹੁੰਦੀ ਹੈ ਤਦ ਵੀ ਸ਼ੇਖ ਅਹਿਮਦ ਸਰਹੰਦੀ ਦਾ ਨਾਂ ਜਿਹੜਾ ਹੈ ਉਹ ਗੂੰਜਦਾ ਹੈ। ਤਾਂ ਨਕਸ਼ਬੰਦੀ ਸਿਲਸਿਲਾ, ਜੇਕਰ ਅਸੀਂ ਨਕਸ਼ਬੰਦੀ सूफी फकीरां की गल करिए या नक्शबंदी संप्रदाय की गल करिए तो गुरु अर्जन पातशाह जी की शहादत के पिछे या गुरु अर्जन पातशाह जी की शहादत के पिछे जो वड्डे वड्डे या छोटे मोटे जोड़े कारण बने, क्योंकि कोई एक कारण नहीं बनया गुरु अर्जन देव पातशाह की शहादत के पिछे बहुत सारे कारण सन जिन्हां करके उस समय की हकूमत ने गुरु पातशाह जी नूं शहादत वल तोरिया। तो शहादत दे पिछे जो कारण अब कह लीए तो उस विचों एक कारण जिहड़ा वो नक्शबंदी सिलसिले का भी नां जिहड़ा है वो आउंदा है कि नक्शबंदी सिलसिले दे नाल जिहड़े सूफी फकीर संबंधित सन वो भी किधरे ना किधरे गुरु अर्जन देव पातशाह की शहादत के पिछे उन्हां दा भी बहुत वड्डा जिहड़ा है योगदान रहा है। ਤਾਂ ਸ਼ੇਖ ਅਹਿਮਦ ਸਰਹੰਦੀ ਦਾ ਨਾਂ ਵੀ ਜੋ ਹੈ ਪੰਜਾਬੀ ਸਾਹਿਤ ਦੇ ਵਿੱਚ ਆਉਂਦਾ ਹੈ, ਇਸ ਕਰਕੇ ਸ਼ੇਖ ਅਹਿਮਦ ਸਰਹੰਦੀ ਦੇ ਵਿਚਾਰਾਂ ਨੂੰ ਵੀ ਸ਼ੇਖ ਅਹਿਮਦ ਸਰਹੰਦੀ ਨੂੰ ਵੀ ਡਿਸਕਸ ਕਰਨਾ ਇੱਥੇ ਬਣਦਾ ਹੈ। ਤਾਂ ਨਕਸ਼ਬੰਦੀ ਸਿਲਸਿਲੇ ਦੇ ਅੰਦਰ ਆਪਾਂ ਤਿੰਨ ਜਿਹੜੇ ਮੇਨ ਸੂਫੀ ਫਕੀਰ ਨੇ ਉਹਨਾਂ ਨੂੰ ਡਿਸਕਸ ਕਰਨਾ ਹੈ। ਪਹਿਲਾ ਹੈ ख्वाजा बहाउद्दीन, शेख बाकी बिल्ला और शेख अहमद सरहंदी। ਤਾਂ ਆਓ ਆਪਾਂ ਡਿਸਕਸ ਕਰਦੇ ਹਾਂ ਇੱਕ ਇੱਕ ਕਰਕੇ ਕਿ ਕਿਸ ਤਰ੍ਹਾਂ ਦੇ ਵਿਚਾਰ ਇਹਨਾਂ ਸੂਫੀ ਫਕੀਰਾਂ ਦੇ ਰਹੇ ਤੇ ਕਿਸ ਤਰ੍ਹਾਂ ਇਹ ਜਿਹੜੀ नक्शबंदी सिलसिला है इसकी शुरुआत होंदी है।
ਤਾਂ ਜੇਕਰ ਅਸੀਂ ਵੇਖੀਏ ਤਾਂ ਪਿਛਲੀ ਕਲਾਸਿਸ ਦੇ ਵਿੱਚ ਵੀ ਆਪਾਂ ਵੇਖਿਆ ਕਿ ਜਦ ਅਸੀਂ ਚਿਸ਼ਤੀ ਸੰਪਰਦਾ ਦੀ ਗੱਲ ਕੀਤੀ ਜਾਂ ਚਿਸ਼ਤੀ ਤੋਂ ਬਾਅਦ ਜਦ ਆਪਾਂ ਸੋਹਰਾਵਰਦੀ ਸੰਪਰਦਾ ਦੀ ਗੱਲ ਕੀਤੀ ਤਾਂ ਵੇਖਿਆ ਕਿ ਇਹਨਾਂ ਜਿਹੜੇ ਸੰਪਰਦਾਵਾਂ ਨੇ ਇਹਨਾਂ ਦੇ ਨਾਮ ਕਿਵੇਂ ਪਏ, ਚਿਸ਼ਤੀ ਸੰਪਰਦਾ ਕਿਵੇਂ ਹੋਂਦ ਵਿੱਚ ਆਈ ਜਾਂ ਇਹ ਚਿਸ਼ਤੀ ਨਾਂ ਕਿਵੇਂ ਪ੍ਰਚਲਿਤ ਹੋਇਆ, ਸੋਹਰਾਵਰਦੀ ਨਾਂ ਕਿਵੇਂ ਪ੍ਰਚਲਿਤ ਹੋਇਆ। ਤਾਂ ਚਿਸ਼ਤੀ ਸੰਪਰਦਾ ਦੀ ਜਦ ਆਪਾਂ ਗੱਲ ਕੀਤੀ ਸੀ ਤਾਂ ਵੇਖਿਆ ਸੀ ਕਿ ਇਹਨਾਂ ਦਾ ਜੋ ਮੋਢੀ ਸਨ ਉਹਨਾਂ ਦਾ ਜਨਮ ਚਿਸ਼ਤ ਦੇ ਵਿੱਚ ਹੋਣ ਕਰਕੇ, ਚਿਸ਼ਤ ਜੋ ਇੱਕ ਛੋਟਾ ਸ਼ਹਿਰ ਸੀ ਅਫਗਾਨਿਸਤਾਨ ਦਾ, ਉੱਥੇ ਹੋਣ ਕਰਕੇ ਇਸ ਨਾਂ ਜਿਹੜਾ ਹੈ ਚਿਸ਼ਤੀ ਪਿਆ। ਫਿਰ ਸੋਹਰਾਵਰਦੀ ਦਾ ਵੀ ਸੇਮ ਇਹੀ ਸੀ ਕਿ ਸੋਹਰਾਵਰਦ ਇੱਕ ਇਲਾਕਾ ਹੈ ਜਿਸ ਇਲਾਕੇ ਦੇ ਵਿੱਚ ਉਹ ਉੱਥੇ ਦੇ ਮੋਢੀ ਦਾ ਜਨਮ ਹੋਇਆ, ਇਸ ਕਰਕੇ ਉਹਨਾਂ ਦੇ ਨਾਂ ਦੇ ਨਾਲ ਸੋਹਰਾਵਰਦੀ ਜੋੜਿਆ ਗਿਆ। ਪਰ ਜਦ ਆਪਾਂ ਨਕਸ਼ਬੰਦੀ ਦੀ ਗੱਲ ਕਰਦੇ ਹਾਂ ਤਾਂ ਨਕਸ਼ਬੰਦੀ ਜੋ ਹੈ ਜਾਂ ਨਕਸ਼ਬੰਦ ਜੋ ਹੈ ਇਹ ਕਿਸੇ ਜਗ੍ਹਾ ਦਾ ਨਾਂ ਨਹੀਂ ਹੈ ਜਾਂ ਕੋਈ ਤਖੱਲਸ ਨਹੀਂ ਹੈ, ਬਲਕਿ ਜੇਕਰ ਅਸੀਂ ਨਕਸ਼ਬੰਦੀ ਦੀ ਗੱਲ ਕਰੀਏ, ਨਕਸ਼ਬੰਦੀ ਤਾਂ ਇਹ ਦੋ ਅਲਫਾਜ਼ਾਂ ਤੋਂ ਬਣਿਆ ਹੈ। ਪਹਿਲਾ ਨਕਸ਼, ਦੂਸਰਾ ਬੰਦੀ, ਨਕਸ਼ ਔਰ ਦੂਜਾ ਬੰਦ, ਦੋ ਅਲਫਾਜ਼ਾਂ ਤੋਂ ਬਣਿਆ ਹੈ। ਨਕਸ਼ ਮੀਨਸ ਕਹਿੰਦੇ ਨੇ ਕਿ ਇਸ ਸਿਲਸਿਲੇ ਦੇ ਜਿਹੜੇ ਮੁਰਸ਼ਿਦ ਹੋਏ ਨੇ, ਜਿਹੜੇ ਗੁਰੂ ਹੁੰਦੇ ਸਨ, ਉਹਨਾਂ ਦੇ ਅੰਦਰ ਪਰਮਾਤਮਾ ਦੀ ਇੰਨੀ ਰੂਹਾਨੀਅਤ ਉਹਨਾਂ ਦੇ ਅੰਦਰ ਸੀ ਕਿ ਜਦ ਉਹ ਆਪਣੇ ਮੁਰੀਦਾਂ ਨੂੰ ਟੀਚਿੰਗਸ ਦਿਆ ਕਰਦੇ ਸਨ, ਜਦ ਆਪਣੇ ਮੁਰੀਦਾਂ ਨੂੰ ਰੂਹਾਨੀਅਤ ਦਾ ਪਾਠ ਪੜ੍ਹਾਇਆ ਕਰਦੇ ਸਨ ਤਾਂ ਇਸ ਤਰ੍ਹਾਂ ਉਹ ਪਾਠ ਪੜ੍ਹਾਉਂਦੇ ਸਨ ਕਿ ਜਿਵੇਂ ਕਿ ਮੁਰਸ਼ਿਦ ਦੇ ਕਹੇ ਹੋਏ ਅਲਫਾਜ਼ਾਂ ਦੇ ਨਾਲ ਹੀ ਮੁਰੀਦ ਦੇ ਜਿਹੜੇ ਮਨ ਉੱਤੇ ਹੈ ਅੱਲਾ ਦੀ ਤਸਵੀਰ ਜਿਹੜੀ ਹੈ ਉਹ ਬਣ ਜਾਂਦੀ ਸੀ। ਭਾਵ ਕਿ ਇਤਨੀ ਰੂਹਾਨੀਅਤ ਉਹਨਾਂ ਦੇ ਅੰਦਰ ਹੁੰਦੀ ਸੀ ਕਿ ਮੁਰੀਦਾਂ ਦੇ ਦਿਲ ਦੇ ਉੱਤੇ ਅੱਲਾ ਦੀ ਤਸਵੀਰ ਜਿਹੜੀ ਹੈ ਉਹ ਘੜੀ ਜਾਂਦੀ ਸੀ, ਨਕਸ਼ ਬਣਦੇ ਸਨ ਪਰਮਾਤਮਾ ਦੇ। ਤਾਂ ਕਹਿ ਸਕਦੇ ਹਾਂ ਕਿ ਜੇਕਰ ਅਸੀਂ ਨਕਸ਼ ਦੀ ਗੱਲ ਕਰੀਏ ਤਾਂ ਕਹਿ ਲਈਏ ਐਨਗ੍ਰੇਵਿੰਗ ਦਾ ਨੇਮ, ਐਨਗ੍ਰੇਵਿੰਗ ਦਾ ਨੇਮ ਆਫ ਅੱਲਾ, ਕਿ ਪਰਮਾਤਮਾ ਦਾ ਨਾਂ ਜਿਹੜਾ ਹੈ ਮੁਰੀਦਾਂ ਦੇ ਮਨ ਉੱਤੇ ਘੜਿਆ ਜਾਂਦਾ ਸੀ ਕਿ ਪਰਮਾਤਮਾ ਦੀ ਜਿਹੜੀ ਤਸਵੀਰ ਹੈ, ਅੱਲਾ ਦੀ ਜਿਹੜੀ ਤਸਵੀਰ ਹੈ ਉਹ ਮੁਰੀਦਾਂ ਉਸ ਦੇ ਜਿਹੜੇ ਨਕਸ਼ ਨੇ, ਉਸ ਦੀ ਜਿਹੜੀ ਤਸਵੀਰ ਹੈ ਉਹ ਮੁਰੀਦ ਦੇ ਦਿਲ ਉੱਤੇ ਬਣ ਜਾਇਆ ਕਰਦੀ ਸੀ। ਇਸ ਤਰ੍ਹਾਂ ਦੀ ਰੂਹਾਨੀਅਤ ਦਾ ਪਾਠ ਜਿਹੜਾ ਮੁਰਸ਼ਿਦ ਆਪਣੇ ਮੁਰੀਦਾਂ ਨੂੰ ਪੜ੍ਹਾਇਆ ਕਰਦੇ ਸਨ। ਤਾਂ ਨਕਸ਼ ਦਾ ਮਤਲਬ ਇਹ ਹੈ। ਤਾਂ ਬੰਦ ਹੋ ਗਿਆ ਮੀਨਸ ਬਾਉਂਡ, ਮਤਲਬ ਇੱਕ ਤੁਹਾਡਾ ਬਾਉਂਡ ਮਤਲਬ ਕਿ ਇੱਕ ਤੁਹਾਡਾ ਰਿਲੇਸ਼ਨ, ਦਾ ਰਿਲੇਸ਼ਨ ਬਿਟਵੀਨ ਕਹਿ ਲਈਏ ਇਸ ਦੇ ਵਿੱਚ ਕ੍ਰੀਏਟਰ ਔਰ ਇੰਡੀਵਿਜੂਅਲ ਦੇ ਵਿੱਚ। ਬਾਉਂਡ, ਬੰਦ ਮਤਲਬ ਕਿ ਰਿਲੇਸ਼ਨ, ਰਿਲੇਸ਼ਨ ਕਿਸ ਦੇ ਵਿੱਚ? ਪਰਮਾਤਮਾ, ਕ੍ਰੀਏਟਰ ਐਂਡ ਇੰਡੀਵਿਜੂਅਲ ਦੇ ਵਿੱਚ। ਮਤਲਬ ਇੱਕ ਇਨਸਾਨ ਔਰ ਪਰਮਾਤਮਾ ਦੇ ਵਿੱਚ ਦਾ ਜੋ ਰਿਲੇਸ਼ਨ, ਵਿੱਚ ਦਾ ਜੋ ਬੰਦ ਹੈ, ਉਸ ਦਾ ਜੋ ਰਿਲੇਸ਼ਨ ਹੈ ਉਸਨੂੰ ਬੰਦ ਕਿਹਾ ਗਿਆ, ਬਾਉਂਡ ਕਿਹਾ ਗਿਆ, ਜਿਸ ਨੂੰ ਆਪਾਂ ਬਾਉਂਡ ਕਹਿੰਦੇ ਹਾਂ, ਕ੍ਰੀਏਟਰ ਐਂਡ ਇੰਡੀਵਿਜੂਅਲ। ਇਹ ਇਸ ਦੇ ਅਰਥ ਨੇ। ਇਸ ਕਰਕੇ ਇਸ ਨੂੰ ਨਕਸ਼ਬੰਦੀ ਕਿਹਾ ਗਿਆ ਕਿਉਂਕਿ ਇਤਨੀ ਰੂਹਾਨੀਅਤ ਹੁੰਦੀ ਸੀ ਮੁਰਸ਼ਿਦ ਦੇ ਅੰਦਰ, ਜੋ ਰੂਹਾਨੀਅਤ ਉਹ ਆਪਣੇ ਮੁਰੀਦਾਂ ਦੇ ਵਿੱਚ ਭਰਿਆ ਕਰਦੇ ਸਨ ਕਿ ਅੱਲਾ ਦੀ ਜਿਹੜੀ ਤਸਵੀਰ ਹੈ, ਅੱਲਾ ਦਾ ਜਿਹੜੇ ਨਕਸ਼ ਨੇ ਉਹ ਮੁਰੀਦ ਦੇ ਦਿਲ ਉੱਤੇ ਬਣ ਜਾਂਦੇ ਸਨ, ਮਨ ਅੰਦਰ ਮਤਲਬ ਪਰਮਾਤਮਾ ਜਿਹੜਾ ਹੈ ਉਸਦੇ ਨਕਸ਼ ਬੁਣ ਜਾਂਦੇ ਸਨ। ਤਾਂ ਆਪਾਂ ਕਹਿ ਸਕਦੇ ਹਾਂ ਇਸ ਕਰਕੇ ਇਸ ਸਿਲਸਿਲੇ ਦਾ ਨਾਂ ਜਿਹੜਾ ਹੈ ਉਹ ਨਕਸ਼ਬੰਦੀ ਸਿਲਸਿਲਾ ਪਿਆ। ਹੁਣ ਜੇਕਰ ਅਸੀਂ ਨਕਸ਼ਬੰਦੀ ਸਿਲਸਿਲੇ ਦੀ ਗੱਲ ਕਰੀਏ ਤਾਂ ਪਿਛਲੀ ਕਲਾਸਿਸ ਦੇ ਵਿੱਚ ਆਪਾਂ ਵੇਖਿਆ ਕਿ ਚਿਸ਼ਤੀ ਜੋ ਸੰਪਰਦਾ ਸੀ, ਚਿਸ਼ਤੀ ਸੰਪਰਦਾ ਨੇ ਜੋ ਚਿਸ਼ਤੀ ਸੰਪਰਦਾ ਦੇ ਸੂਫੀ ਫਕੀਰ ਹੋਏ ਨੇ, ਉਹਨਾਂ ਨੇ ਇਸਲਾਮ ਨੂੰ ਜਾਂ ਸ਼ਰਅ ਨੂੰ ਜਿਹੜਾ ਹੈ ਉਹ ਉਦਾਰਵਾਦੀ ਤਰੀਕੇ ਦੇ ਨਾਲ ਲਿਆ। ਪਰ ਜਦ ਨਕਸ਼ਬੰਦ ਦੀ ਗੱਲ ਆਉਂਦੀ ਹੈ ਤਾਂ ਨਕਸ਼ਬੰਦੀ ਜੋ ਸਿਲਸਿਲਾ ਹੈ ਇਸ ਦੇ ਨਾਲ ਸੰਬੰਧਿਤ ਕਵੀ ਜਿਹੜੇ ਹੋਏ ਨੇ ਉਹ ਕੱਟਰ ਇਸਲਾਮੀ ਕਵੀ ਹੋਏ ਨੇ, ਇਸਲਾਮੀ ਫਕੀਰ ਹੋਏ ਨੇ। ਮਤਲਬ ਇਹਨਾਂ ਨੇ ਰੂੜੀਵਾਦੀ ਤਰੀਕੇ ਦੇ ਨਾਲ ਜਿਹੜਾ ਹੈ ਉਹ ਇਸਲਾਮ ਨੂੰ ਫੈਲਾਇਆ ਹੈ। ਕੱਟਰ ਇਸਲਾਮੀ ਸੂਫੀ ਫਕੀਰ ਹੋਏ ਨੇ ਇਹ। ਔਰ ਇਹ ਬੇਸਿਕਲੀ ਜੋ ਹੈ ਇਹ ਸੁन्नी ਸੰਪਰਦਾ ਸੀ, सुन्नी संप्रदा।
ਸੁੰਨੀ ਸੰਪਰਦਾ ਸੀ। ਤਾਂ ਇਸ ਦੇ ਨਾਲ ਜੇਕਰ ਅਸੀਂ ਵੇਖੀਏ ਤਾਂ ਇਸ ਸੰਪਰਦਾ ਦਾ ਜੋ ਜਨਮ ਹੈ, ਕਿਉਂਕਿ ਚਿਸ਼ਤੀ ਸੰਪਰਦਾ ਦਾ ਜਨਮ ਚਿਸ਼ਤ ਦੇ ਵਿੱਚ ਹੋਇਆ, ਸੋਹਰਾਵਰਦੀ ਸੰਪਰਦਾ ਦਾ ਜਨਮ ਸੋਹਰਾਵਰਦ ਦੇ ਵਿੱਚ ਹੋਇਆ, ਤਾਂ ਇਸ ਸੰਪਰਦਾ ਦਾ ਜੋ ਜਨਮ ਹੈ ਉਹ ਤੁਰਕਸਤਾਨ ਦੇ ਵਿੱਚ ਹੋਇਆ ਹੈ। ਤੁਰਕਸਤਾਨ ਦੇ ਵਿੱਚ ਇਸ ਦਾ ਜਨਮ ਹੋਇਆ ਹੈ। ਹੁਣ ਤੁਰਕਸਤਾਨ ਕਿਹੜੀ ਜਗ੍ਹਾ ਹੈ? ਜੇਕਰ ਅਸੀਂ ਤੁਰਕਸਤਾਨ ਦੀ ਗੱਲ ਕਰੀਏ ਤਾਂ ਫਾਰਸੀ ਲੋਕ ਜਿਹੜੇ ਹੋਏ ਨੇ, ਜਿਹੜੇ ਫਾਰਸੀ ਲੋਕ ਹੋਏ ਨੇ, ਫਾਰਸੀ ਲੋਕਾਂ ਨੇ ਤੁਰਕਸਤਾਨ ਮੱਧ ਏਸ਼ੀਆ ਦਾ ਜੋ ਹਿੱਸੇ ਨੇ, ਮੱਧ ਏਸ਼ੀਆ ਮੱਧ ਏਸ਼ੀਆ ਜੋ ਹੈ, ਜਿਸ ਦੇ ਵਿੱਚ ਕਹਿ ਲਈਏ ਜਿਸ ਦੇ ਵਿੱਚ ਕਜ਼ਾਕਿਸਤਾਨ ਹੈ, ਕਜ਼ਾਕਿਸਤਾਨ, किर्गिस्तान है, किर्गिस्तान, और इसके बाद उज्बेकिस्तान। ये तीन जड़े जगह ने, ये है कजाकिस्तान है, किर्गिस्तान और है उज्बेकिस्तान। इन्हां तिन्ना जड़े ये अज भावें जेकर असी गल करिए तो ये तीनों जड़े ने वो अलग अलग देश ने, पर जो फारसी लोग ने उन्होंने इन्हां तिन्ना नूं जो है वो तुर्किस्तान दे विच कंसीडर किया। पर जद असी देखते हाँ, जद हिस्टरी नूं पढ़ते हाँ, भावें ये साडे सबजैक्ट का हिस्सा नहीं, पर तुहाडी जानकारी लई तुहानूं दस दवां कि तुर्किस्तान बेसिकली किहड़ी जगह है। तो ये जब फारसी लोग होए ने, तुर्क जड़े लोग होए ने मध्य एशिया के अंदर, ये तीनों स्थानां नूं जो है मतलब तिन्ना देशों नूं इकट्ठे जो है इसलिए तुर्किस्तान वरतिया जांदा सी। पर जद आपां वेखदे हाँ 1860 ईस्वी दे विच जद तुर्की लोकां दा जिहड़ा शासन है वो खत्म होंदा है, रूसी शासन जद आउंदा है, तो रूसी शासन दे आउण दे नाल जिहड़ा है कजाकिस्तान दा हिस्सा जो है वो रूस के अंडर विच चला जांदा है। और इसे कजाकिस्तान दे हिस्से दे विच ही तुर्किस्तान है, ये तुर्किस्तान है जो कि कजाक रेगिस्तान दे विच है, जो कि कजाक रेगिस्तान दे विच है। तो इस हिस्से नूं जो कि कजाकिस्तान दा ही हिस्सा सी, तुर्किस्तान इस हिस्से नूं जिहड़ा है हुण जिहड़ा है तुर्किस्तान कहा जाता है, जो कि 1860 ईस्वी तो बाद रूसी जिहड़ा शासन है उस ते उत्थे काबिज हो जाता है। तब बेसिकली कह लीए कि कजाक रेगिस्तान का ही हिस्सा है तुर्किस्तान, जो कि एक अलग कंट्री है, और इस जगह ते ही जिहड़ा है वो इस संप्रदा का जन्म होया है। तो तुर्किस्तान जो है वो नक्शबंदी सिलसिले की जन्म भूमि है, इस गल नूं याद रखना। हुण जेकर अगे चलीए तो सूफी संप्रदावां दी गल, इस सूफी संप्रदा की गल करिए तो इस सूफी संप्रदा नूं भी वख-वख नावां दे नाल जिहड़ा है वो जानिया गया है। सिर्फ नक्शबंदी ही ना नहीं इसका प्रचलित होया, बल्कि होर नावां दे नाल भी ये जिहड़ी संप्रदा है ये प्रचलित हुई है। जेकर असी नक्शबंदी संप्रदा दा ना बहुत बाद विच पिया, जेकर असी इस नक्शबंदी संप्रदा सिलसिले नक्शबंदी ना की गल करिए तो इस तो पहले भी इस संप्रदा के जिहड़े वख-वख ना ने वो प्रचलित होए ने। किहड़े-किहड़े नाम प्रचलित होए ने? जेकर असी नावां की गल करिए तो नामां दे विच इस नूं सिलसिला इसनूं सिलसिला ए खाजगान कहा गया। याद रखना क्योंकि ये ऑब्जेक्टिव पेपर लिए यूजीसी नेट लिए बहुत इंपॉर्टेंट है, क्योंकि उत्थे तुहानू पूछा जा सकता है कि सिलसिला एक खाजगा किस सिलसिले का ना सी, तो वो ना सी नक्शबंदी सिलसिले का। इस दे बाद इसनू सदीकिया नाम नाल भी पुकारिया गया, सदीकिया। फिर इसका ना जड़ा है अगे चल के वो प्रचलित होया है। सदीकिया तो बाद इसका नाम है तैफूरिया नाम दे नाल भी इसनू जानिया गया है। उसके बाद इसनू नक्शबंदी
नक्शबंदी खालदिया, नक्शबंदी खालदिया के नाम नाल भी जानिया गया, क्योंकि जेकर असी नक्शबंदी खालदिया की गल करिए तो जद सूफी फकीर खालिद अल बगदादी अल बगदादी का समय आया तो उस समय इस संप्रदाय नूं नक्शबंदी खालदिया संप्रदाय के नाम नाल जानिया गया। उसके बाद इसनूं मुजदीदिया संप्रदाय के नाल भी पुकारिया गया है, क्योंकि पिछली गल कर चुके हाँ असी कि जब सरहंदी का समय आया तो उस समय इसनूं मुजदीदिया नक्शबंदी मुजदीदिया संप्रदाय के नाल भी जानिया गया। नक्शबंदी मुजदीदिया। फिर उसके बाद हुण जेकर असी रिसेंटली गल करिए तो इसनूं नक्शबंदी आलिया भी कहा जाता है। नक्शबंदी आलिया तो ये जिहड़े ने ये वख-वख नां ने इसे ही संप्रदाय दे नक्शबंदी सिलसिले नूं वख-वख नामां दे नाल नाल पुकारिया गया। एक जगह होर इसनूं दागिस्तानिया संप्रदाय भी कहा गया। स्तानिया नक्शबंदी दागिस्तानिया इस दे नाल नाल भी इसनूं पुकारिया गया है, क्योंकि जद वख-वख सूफी फकीर इस संप्रदाय दे नाल जुड़े उन्होंने अपने लैवल उत्ते प्रचार ते प्रसार किया ते उन्हां दे नामां दे नाल ही ये जिहड़ी संप्रदाय है वो उस समय विकसित हुई और उस समय वो जिहड़े नां ने उन्हां दे नाल नाल उन्हां दे नामां दे नाल इस संप्रदाय नूं भी पुकारिया गया। इसलिए इसके वख-वख जिहड़े नां सानूं मिलते हैं सदीकिया, तैफूरिया, खालिदिया, मुजदीदिया, आलिया और दागिस्तानिया भी इसनूं कहा गया है। जब वख-वख सूफी फकीर जिहड़े ने उन्होंने अपने अपने समय दे विच इस सिलसिले नूं विकसित किया। ਇਹ ਤਾਂ ਸੀ कि नक्शबंदी सिलसिले ਦੇ ਨਾਲ जुड़ियां कुछ गल्लां, पर एक मेन ਜਿਹੜੀ गल है जब ਆਪਾਂ नक्शबंदी सिलसिले ਦੀ ਵੇਖਦੇ ਹਾਂ ਤਾਂ नक्शबंदी सिलसिले ਦੇ ਜਿਹੜੇ सूफी फकीर ਹੋਏ ਨੇ ਉਹਨਾਂ सूफी फकीरां ਨੂੰ ਆਪਾਂ चुप सूफी फकीर भी कहते हाँ। चुप सूफी फकीर नक्शबंदी सिलसिले दे नाल जुड़े हुए फकीरां नूं चुप सूफी फकीर भी कहा, इन्हां नूं चुप सूफी फकीर भी कहा गया। हुण चुप सूफी फकीर क्यों कहा गया नक्शबंदी सिलसिले दे फकीरां नूं? क्योंकि जेकर असी दिगर दी गल करिए, दिगर जिसनूं अंग्रेजी दे विच आपां कह सकते हैं ZIKR, पढ़न दे विच जेकर असी वेखिए तो यह जिक्र आंदा, जिक्र, पर इसनूं दिक्कर पढ़िया जाता है। दिक्कर इसका मतलब है कि चैंटिंग ऑफ नेम्स, कि जब असी परमात्मा नूं याद करते हाँ, जब परमात्मा नूं याद किया जाता है, इस्लाम दे विच जब परमात्मा नूं याद किया जाता है तो उस लई ये टर्म वरती जाती है दिक्कर। दी ZI नूं DHI पढ़िया जाता है दिक्कर। तो दिक्र हुंदा की है? बेसिकली परमात्मा दे नाम नूं याद करना। हुण परमात्मा दे नाम नूं दो तरीकिਆਂ दे नाल याद किया जा सकता है। एक तो चुप करके मन दे अंदर परमात्मा दा नाम लिता जावे, तो एक दूजा हुंदा है जद आपां जोर बोल के याद करते हाँ। जेकर असी सिक्खी की गल करिए तो सिक्खी के अंदर भी आपां वेखदे हाँ कि कई बार आपां जब पाठ करते हाँ तो मूँह के अंदर करते हाँ, मतलब मन करके आपां बोल नहीं रहे होंदे, पर मूँह दे विच आपां अंदर जो मन करके असी पाठ कर रहे होंदे हाँ। तो कई बार जिहड़ा है आपां बोल के पाठ करते हाँ, मतलब साडी जिहड़ी आवाज़ है वो मूँह तो बाहर निकलती है। तो इस तरह दो तरीके दे नाल आपां परमात्मा नूं याद करते हाँ। एक हुंदा है कि चुप करके मन अंदर ध्यान धर के परमात्मा नूं याद करना, और दूजा जिहड़ा है वो उच्ची उच्ची परमात्मा नूं याद करना, भाव कि बोल के याद करना। तो दिक्र दे भी दो तरीके सन, एक है चुप तरीका और दूजा है उच्चा बोल के याद करने वाला तरीका। और कहा जाता है कि नक्शबंदी सिलसिले दे जिहड़े मोढी होए ने बहाउद्दीन नक्शबंदी, उन्होंने चुप दे तरीके नूं अपनाया। बहाउद्दीन ने
ਬਹਾਉਦੀਨ ਨੇ ਚੁੱਪ ਦੇ ਤਰੀਕੇ ਨੂੰ ਅਪਣਾਇਆ ਕਿ ਉਹਨਾਂ ਦਾ ਮੰਨਣਾ ਸੀ ਕਿ ਪਰਮਾਤਮਾ ਨੂੰ ਜਿਹੜਾ ਹੈ ਉਹ ਮਨ ਦੇ ਅੰਦਰ ਯਾਦ ਕੀਤਾ ਜਾਏ। ਇਸ ਤਰੀਕੇ ਨੂੰ ਉਹਨਾਂ ਨੇ ਅਪਣਾਇਆ, ਇਸ ਕਰਕੇ ਇਸ ਸਿਲਸਿਲੇ ਦੇ ਫਕੀਰਾਂ ਨੂੰ ਚੁੱਪ ਸੂਫੀ ਫਕੀਰ ਕਿਹਾ ਜਾਂਦਾ ਹੈ। ਤਾਂ ਇਹ ਕੁਝ ਗੱਲਾਂ ਸਨ ਇਹਨਾਂ ਨੂੰ ਲੈ ਕੇ। ਔਰ ਉਸ ਤੋਂ ਬਾਅਦ ਇੱਕ ਚੀਜ਼ ਮੇਨ ਹੋਰ ਕਿ ਇਸ ਦੇ ਵਿੱਚ ਜਿਹੜੇ 11 ਜਿਹੜੇ ਨਿਯਮ ਨੇ ਉਹ ਦੱਸੇ ਗਏ ਨੇ ਕਿ 11 ਨਿਯਮ ਨੇ ਨਕਸ਼ਬੰਦੀ ਸਿਲਸਿਲੇ ਦੇ ਅੰਦਰ, ਜੋ ਕਿ ਸੂਫੀ 11 ਨਿਯਮ ਹਨ ਜੋ ਕਿ ਨਕਸ਼ਬੰਦੀ ਸਿਲਸਿਲੇ ਦੇ ਸੂਫੀ ਫਕੀਰਾਂ ਨੂੰ ਇਹਨਾਂ ਦੇ ਲਈ ਉਹਨਾਂ ਨਿਯਮਾਂ ਦੇ ਉੱਤੇ ਚੱਲਣਾ ਜਿਹੜਾ ਹੈ ਉਹ ਲਾਜ਼ਮੀ ਹੈ। ਉਹ ਕਿਹੜੇ 11 ਨਿਯਮ ਨੇ? ਜੇਕਰ ਆਪਾਂ ਇਸ ਦੇ ਵਿੱਚ ਡਿਸਕਸ ਕਰਨਾ ਸ਼ੁਰੂ ਕਰ ਦਈਏ ਤਾਂ ਵੀਡੀਓ ਕਾਫੀ ਲੰਬੀ ਹੋ ਜਾਏਗੀ। ਭਾਵੇਂ ਉਹ ਸਾਨੂੰ ਜ਼ਿਆਦਾ ਜ਼ਰੂਰਤ ਨਹੀਂ ਹੈ ਉਹਨਾਂ ਨਿਯਮਾਂ ਦੀ, ਪਰ ਜੇਕਰ ਤੁਹਾਨੂੰ ਲੱਗਦਾ ਹੈ ਕਿ ਉਹ ਨਿਯਮ ਪੜ੍ਹਨੇ ਜ਼ਰੂਰੀ ਨੇ ਸਾਡੇ ਲਈ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ। ਆਪਾਂ ਉਸ ਦੇ ਉੱਪਰ ਵੀ ਇੱਕ ਅਲੱਗ ਜਿਹੜੀ ਵੀਡੀਓ ਹੈ, ਕਲਾਸ ਜਿਹੜੀ ਹੈ ਤੁਹਾਡੇ ਲਈ ਲੈ ਕੇ ਆਵਾਂਗੇ। ਤਾਂ 11 ਨਿਯਮ ਜਿਹੜੇ ਨੇ ਉਹ ਨਕਸ਼ਬੰਦੀ ਸਿਲਸਿਲੇ ਦੇ ਸੂਫੀ ਫਕੀਰਾਂ ਲਈ ਉਹਨਾਂ ਦੀ ਪਾਲਣਾ ਕਰਨਾ ਉਹ ਜ਼ਰੂਰੀ ਹੈ। ਹੁਣ ਇਹ ਕੁਝ ਗੱਲਾਂ ਸਨ, ਮੇਨ ਗੱਲਾਂ ਜੋ ਨਕਸ਼ਬੰਦੀ ਸਿਲਸਿਲੇ ਦੇ ਨਾਲ ਰਿਲੇਟਿਡ ਸਨ। ਹੁਣ ਆਪਾਂ ਵੇਖਣਾ ਹੈ ਕਿ ਨਕਸ਼ਬੰਦੀ ਸਿਲਸਿਲੇ ਦੀ ਸ਼ੁਰੂਆਤ ਜਿਹੜੀ ਹੈ ਉਹ ਕਿਸ ਸੂਫੀ ਫਕੀਰ ਨੇ ਕੀਤੀ, ਭਾਰਤ ਦੇ ਅੰਦਰ ਕਿਵੇਂ ਵਿਕਸਿਤ ਹੋਇਆ, ਔਰ ਉਹ ਹੋਰ ਕਿਹੜੇ ਸੂਫੀ ਫਕੀਰ ਨੇ ਜਿਨ੍ਹਾਂ ਦਾ ਨਾਂ ਨਕਸ਼ਬੰਦੀ ਸਿਲਸਿਲੇ ਦੇ ਅੰਦਰ ਗੂੰਜਦਾ ਹੈ, ਮਤਲਬ ਕਿ ਜਿਨ੍ਹਾਂ ਨੇ ਇਸ ਦੇ ਪ੍ਰਚਾਰ ਔਰ ਪ੍ਰਸਾਰ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਜੋ ਕਿ ਇਸ ਸਿਲਸਿਲੇ ਦੇ ਮੋਢੀ ਰਹੇ ਨੇ। ਤਾਂ ਉਹ ਨੇ ਖਵਾਜਾ ਬਹਾਉਦੀਨ ਨਕਸ਼ਬੰਦ ਬੁਖਾਰੀ, ਜਿਨ੍ਹਾਂ ਦਾ ਸਮਾਂ ਜੋ ਹੈ 1318 ਤੋਂ ਲੈ ਕੇ 1389 ਤੱਕ ਰਿਹਾ। ਇਹ ਸਮਾਂ ਇਹਨਾਂ ਦਾ ਰਿਹਾ। ਨਕਸ਼ਬੰਦ ਇਹਨਾਂ ਦੇ ਨਾਂ ਨਾਲ ਕਿਉਂ ਜੋੜਿਆ ਗਿਆ, ਇਸ ਚੀਜ਼ ਨੂੰ ਮੈਂ ਕਲੀਅਰ ਕਰ ਦਿੱਤਾ ਹੈ। ਬੁਖਾਰੀ ਕਿਉਂ ਜੋੜਿਆ ਗਿਆ? ਕਿਉਂਕਿ ਇਹਨਾਂ ਦਾ ਜਿਹੜਾ ਜਨਮ ਹੈ ਉਹ ਬੁਖਾਰਾ ਦੇ ਵਿੱਚ ਹੋਇਆ ਹੈ। ਬੁਖਾਰਾ ਜੋ ਕਿ ਉਜ਼ਬੇਕਿਸਤਾਨ ਦਾ ਹਿੱਸਾ ਹੈ। ਪਿੱਛੇ ਵੀ ਆਪਾਂ ਡਿਸਕਸ ਕਰਕੇ ਆ ਚੁੱਕੇ ਹਾਂ ਕਿ ਤੁਰਕਿਸਤਾਨ ਜੋ ਹੈ 3 ਅਲੱਗ-ਅਲੱਗ ਦੇਸ਼ਾਂ ਨੂੰ ਉਸ ਸਮੇਂ ਫਾਰਸੀ ਲੋਕ ਜਿਹੜੇ ਨੇ ਉਹ ਤੁਰਕਿਸਤਾਨ ਜਿਹੜਾ ਹੈ ਉਹ ਤਿੰਨਾਂ ਦੇਸ਼ਾਂ ਨੂੰ ਮਿਲਾ ਕੇ ਜੋ ਹੈ ਉਹ ਤੁਰਕਿਸਤਾਨ ਕਿਹਾ ਜਾਂਦਾ ਸੀ, ਜਿਸ ਦੇ ਵਿੱਚ ਉਜ਼ਬੇਕਿਸਤਾਨ ਵੀ ਹੈ। ਤਾਂ ਬੁਖਾਰਾ ਜੋ ਹੈ ਉਹ ਉਜ਼ਬੇਕਿਸਤਾਨ ਦਾ ਇੱਕ ਸ਼ਹਿਰ ਹੈ। 5ਵੇਂ ਨੰਬਰ ਦਾ ਵੱਡਾ ਸ਼ਹਿਰ ਹੈ। ਇਹ ਫਿਫਥ ਲਾਰਜੈਸਟ ਸਿਟੀ ਆਫ ਉਜ਼ਬੇਕਿਸਤਾਨ। ਤਾਂ ਇੱਥੇ ਜਿਹੜਾ ਹੈ ਬਹਾਉਦੀਨ ਨਕਸ਼ਬੰਦ ਬੁਖਾਰੀ ਜੀ ਦਾ ਜਨਮ ਹੋਇਆ। ਹੁਣ ਜੇਕਰ ਅਸੀਂ ਇਹਨਾਂ ਦੇ ਜੀਵਨ ਨੂੰ ਵੇਖੀਏ ਤਾਂ ਕਹਿੰਦੇ ਨੇ ਕਿ 18 ਸਾਲ ਦੀ ਉਮਰ ਤੱਕ ਇਹਨਾਂ ਨੇ ਜੋ ਹੈ ਉਹ ਮਾਰਫਤ ਦੇ ਵਿੱਚ ਜਾਂ ਰੂਹਾਨੀਅਤ ਦੇ ਵਿੱਚ ਜਿਹੜੀ ਹੈ ਉਹ ਮੁਹਾਰਤ ਹਾਸਿਲ ਕਰ ਲਈ ਸੀ। 18 ਸਾਲ ਦੀ ਉਮਰ ਤੱਕ ਇਹਨਾਂ ਨੂੰ ਰੂਹਾਨੀਅਤ ਦੇ ਵਿੱਚ ਮੁਹਾਰਤ ਹਾਸਲ ਹੋ ਚੁੱਕੀ ਸੀ। ਉਸ ਦੇ ਬਾਅਦ ਜੇਕਰ ਅਸੀਂ ਗੱਲ ਕਰੀਏ, ਮੈਂ ਪਿੱਛੇ ਵੀ ਕਹਿ ਕੇ ਆ ਚੁੱਕੀ ਹਾਂ ਕਿ ਇਹਨਾਂ ਨੇ ਜ਼ਿਕਰ ਦਾ ਜੋ ਤਰੀਕਾ ਹੈ ਉਹ ਚੁੱਪ ਤਰੀਕਾ ਇਹਨਾਂ ਨੇ ਅਪਣਾਇਆ ਔਰ ਇਸੇ ਚੁੱਪ ਤਰੀਕੇ ਕਰਕੇ ਹੀ ਇਹਨਾਂ ਨੂੰ ਚੁੱਪ ਸੂਫੀ ਫਕੀਰ ਕਿਹਾ ਗਿਆ ਹੈ। ਹੁਣ ਅੱਗੇ ਹੈ ਕਿ ਇਹਨਾਂ ਦਾ ਜਨਮ ਜੋ ਹੈ ਉਹ ਬੁਖਾਰਾ ਦੇ ਵਿੱਚ ਹੁੰਦਾ ਹੈ, ਪਰ ਬਾਅਦ ਦੇ ਵਿੱਚ ਜਿਹੜੇ ਨੇ ਇਹ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਜਾ ਕੇ ਜਿਹੜਾ ਇਹ ਨਕਸ਼ਬੰਦੀ ਸਿਲਸਿਲੇ ਦਾ ਫੈਲਾਅ ਕਰਦੇ ਨੇ, ਆਪਣੇ ਵਿਚਾਰ ਜਿਹੜੇ ਨੇ ਦਿੰਦੇ ਨੇ, ਵੱਖ-ਵੱਖ ਮੁਰੀਦ ਜਿਹੜੇ ਨੇ ਇਹਨਾਂ ਦੇ ਨਾਲ ਜੁੜਦੇ ਨੇ। ਇਹ ਸਿਲਸਿਲਾ ਜਿਹੜਾ ਹੈ ਇਸ ਦਾ ਮੁੱਢ ਜਿਹੜਾ ਹੈ ਉਹ ਅਰਬ ਦੇਸ਼ ਦੇ ਅੰਦਰ ਬਣਿਆ ਜਾਂਦਾ ਹੈ। ਪਰ ਆਖੀਰ ਦੇ ਵਿੱਚ ਜਦ ਆਖੀਰ ਦੇ ਵਿੱਚ ਇਹਨਾਂ ਦਾ ਅੰਤਮ ਸਮਾਂ ਜਿਹੜਾ ਹੈ ਉਹ ਨੇੜੇ ਆਉਂਦਾ ਹੈ ਤਾਂ ਇਹ ਆਪਣੇ ਜਿਹੜੇ ਪਿੰਡ ਹੈ ਬੁਖਾਰਾ ਦੇ ਵਿੱਚ ਹੀ ਆ ਕੇ ਵਸਦੇ ਨੇ। ਤੇ ਬੁਖਾਰਾ ਦੇ ਵਿੱਚ ਆ ਕੇ ਫਿਰ ਇਹ
उत्थे बहुत वड्डी जिहड़ी है मस्जिद उसका निर्माण करते हैं। इस्लामिक स्कूल जिहड़े ने वो बुखारा दे विच एस्टैबलिश करते हैं और कहा जाता है कि उस समय इन्हां दे इस्लामिक स्कूल के अंदर 5000 तो भी वध जिहड़े मुरीद ने वो पढ़ाई करते हैं। भाव कि उस समय ये नक्शबंदी सिलसिले की जिहड़ी है स्थापना कर चुके सन, उसनूं एक राह उत्ते तोड़ चुके सन, उस विचारधारा नूं एक राह दे उत्ते तोड़ चुके सन और 5000 जिहड़े मुरीद सन उन्हां दे उस समय इस्लामिक स्कूल दे विच शिक्षा रूहानियत दी शिक्षा जिहड़ी है वो हासिल कर रहे सन। और आखिरकार जब अंत समय रुखसत होंदे ने ते बुखारा तो ही इस फानी संसार नूं अलविदा आखदे ने। बुखारा दे विच ही ये इस संसार फानी संसार तो रुखसत होंदे ने। तां इस तरह ये जिहड़े ने ये बुखारा दे विच भाव कि तुर्किस्तान दे विच नक्शबंदी सिलसिले का जिहड़ा मुढ़ है वो बनते ने। हुण ख्वाजा बाहुद्दीन नक्शबंदी तो बाद जेकर दूजे सूफी फकीर की गल करिए तो वो सूफी फकीर ने बाकी बिल्ला जो कि भारत के अंदर इस सिलसिले नूं विकसित करते हैं, इसकी शुरुआत करते हैं। इस तो बाद है ख्वाजा बाकी बिल्ला जिन्हां दे नाम नाल बेरंग भी लग्या है। बेरंग कई जगह उन्हां दा नाम ख्वाजा बाकी बिल्ला बेरंग भी लिखा गया है। बेरंग क्यों लिखा गया है? ये इन्हां दा तखल्लस है जिसनों आपां पैट नेम भी आखदे हां। अजकल भी वेखो कि जो भी शायर हुंदे ने या जेड़े भी कला दे नाल संबंध रखते हैं वो अपने नाल जेड़े पैट नेम यूज़ करते हैं, तखल्लस जेड़ा है वो यूज़ करते हैं। इसलिए ख्वाजा बाकी बिल्ला दे नाम नाल भी बेरंग लगाया जाता है क्योंकि बेरंग जेड़ा है इन्हां दा पैट नेम है, तखल्लस इन्हां दे नाल जोड़िया जाता है। हुण जेकर असीं ख्वाजा बाकी बिल्ला जी की गल करिए तां इन्हां दा जो जन्म है वो काबुल दे विच होया। काबुल दे विच होया। हुण इन्हां दे मुर्शिद होए ने ख्वाजा मुहम्मद अमका नागी। ये इन्हां दे मुर्शिद होए ने जिन्हां ने इन्हां नूं रूहानियत की शिक्षा दी और रूहानियत की शिक्षा देने तो बाद इन्हां नूं भारत की धरती उत्ते भेज दिता। इन्हां ने ही इन्हां दे जो मुर्शिद सन ख्वाजा मुहम्मद अमका नागी जो कि बाकी बिल्ला दे मुर्शिद होए ने, गुरु होए ने, उन्होंने इन्हों रूहानियत की शिक्षा दे के भारत के अंदर भेजिया कि वो जाके इत्थे भारत दे विच जाके नक्शबंदी सिलसिले का प्रचार ते प्रसार करन। तो जब बाकी बिल्ला जो ने वो भारत के अंदर एंटर होंदे ने तो सब तो पहले वो लाहौर दे विच अपना वसेरा करते हैं। लाहौर तो बाद फिर वो दिल्ली आ जाते हैं। लाहौर के बाद दिल्ली आ जाते हैं। एक सूफी फकीर होए ने ख्वाजा मुहम्मद कश्मी जो कि लिखते ने कि बाकी बिल्ला ने वो काम कर दिखाया 2-3 सालों दे विच जो कि बाकी सूफी फकीर नहीं कर पाए। कहन तो भाव कि 2-3 सालों दे विच ही बाकी बिल्ला ने नक्शबंदी लहर नूं भारत दे अंदर मजबूत कर दिता। ये गल कौन लिखते हैं? ख्वाजा कश्मी जिहड़े ने इस गल की हामी भरते हैं कि 2-3 सालों दे विच ही बाकी बिल्ला ने नक्शबंदी सिलसिले का प्रचार ते प्रसार करके इसनूं मजबूती भारत दे अंदर दिलवाई। हुण जेकर असी गल करिए तां बाकी बिल्ला दे समय जो है अकबर दा राज सी भारत दे अंदर। अकबर दा राज सी। बेशक अकबर भी जो है वो स्टार्टिंग दे विच इन्हां ने भी इस्लाम नूं रूढ़ीवादी तरीके नाल अपनाया, पर जद अकबर जेड़े ने वो ख्वाजा अब्दुल लतीफ दे संपर्क विच आंदे ने जो कि इन्हां दे मुर्शिद ने। जद ये इन्हां दे संपर्क विच आंदे ने अकबर तो अकबर दी जेड़े विचारधारा है वो रूढ़ीवाद तो उदारवादी बन जाती है।
मतलब कि ये इस्लाम नू फिर उदारवादी तरीके दे नाल अपनाउंदे ने, उदारवादी। हुण अकबर जिहड़े ने वो इस्लाम नू उदारवादी तरीके दे नाल अपना रहे ने, तो जिस दे करके की होया कि ये नक्शबंदी सूफी फकीरां दी अख दे विच जिहड़े ने वो रिड़कना शुरू हो गए। क्यों रिड़कना शुरू हो गए? क्योंकि अकबर जिहड़ा राजा होया उसने इस्लाम नू उदारवादी तरीके दे नाल अपनाना शुरू कर दिता, और उससे विचारधारा दे नाल फिर उसने समाज दे अंदर भी बहुत सारियां तब्दीलियां कीतियां। जिवें कि जो कि ब्राह्मण जिहड़े सन वो जिहड़ी गौ माता है जब वो लेके जाते सन तो उन्हां दे उत्ते टैक्स वसूली की जाती सी, पर अकबर जिहड़ा ने इसने टैक्स वसूली नू हटाया, टैक्स नू माफ़ किया। तो वो माफ़ करन दे नाल जिहड़ा है ये कहा गया, इस्लामिक दुनिया दे अंदर ये कहा गया कि अकबर जिहड़ा है वो इस्लाम नू ठेस पहुँचा रहा है, भाव कि वो इस्लाम दा प्रचार ते प्रसार नहीं कर रहा बल्कि उसनू टै ढेरी करन दी कोशिश कर रहा। क्योंकि अकबर ने बहुत सारिया चीज़ां जिहड़ियां ने वो समाज के अंदर इस्लाम धर्म नू रूढ़ीवादी तरीके दे नाल लैके उदारवादी तरीके दे नाल लैके कीतियां। हुण जेकर असीं गुरु अर्जन देव पातशाह जी की गल करते हाँ तो जब लाहौर दे विच काल पैंदा है और गुरु अर्जन देव पातशाह उस समय जो है पीड़तां दी सेवा करते ने, लाहौर दे विच जाके उत्थे अपना वसेरा करते ने, काल समय दे दौरान जिहड़े लोकां दी सेवा करते ने। तां ये जिहड़ी सेवा भावना है ये अकबर उस समय लाहौर जाके जो है गुरु अर्जन देव पातशाह जी की कीती हुई सेवा नू अपनी अखीं वेख के उन्हां दी शलाघा करता है। तां उस समय जिहड़ा इस्लाम धर्म की जेकर गल करिए तो उस समय नक्शबंदी सिलसिला परसरिया होया सी। नक्शबंदी सिलसिले दे जिहड़े सूफी फकीर सन वो इस्लाम नू कट्टरपंथी तरीके कट्टरवादी सोच दे नाल लै रहे सन। तो अकबर दे कीती होइयां ये चीज़ां जिहड़ियां सन उन्हां दे मनां दे अंदर जिहड़ियां सन रड़क रहियां सन, वो क्योंकि इस नू इस्लाम दे विरोध दे विच समझदे सन। तो कह लईए कि उस समय जिहड़ा है बाकी बिल्ला ने भी अकबर जिहड़ा राजा है उसका विरोध किया, क्योंकि वो समझदे सन कि ये इस्लाम दे खिलाफ चल रहा है। हुण इस तरह जिहड़ा है बाकी बिल्ला ने अपने लैवल के उत्ते जिहड़ा इस्लाम दे विच कट्टरपंथी सोच नूं लियाउण दे विच काफ़ी यतन कीते ते आखिरकार उन्हां यतनां दे चलदे होए ये फिर दिल्ली विखे फिर इन्हां दी जिहड़ी है दिल्ली तो फिर ये जड़े ने वो इस फानी संसार नू अलविदा आखते ने, इत्थों फिर वो रुखसत होंदे ने परमात्मा दे दर दे लई। तां इस तरह बाकी बिल्ला दा जीवन जड़ा है और इस तरह उन्होंने नक्शबंदी सिलसिले नू अगां वधाया और इस तरह उन्होंने नक्शबंदी सिलसिले की स्थापना जड़ी है वो भारत के अंदर की। भावें बहुत सारे पहलू ने इस चीज़ दे विच, बहुत लंबेरा जड़ा जीवन काल है इन्हां सूफी कवियां दा रहा, बहुत कुछ इन्होंने किया, पर वो साडे विषय दे विच आपां नहीं इनकलूड कर सकते क्योंकि आपां थोड़ा जड़ा है वो सारिया चीज़ों नू समझना है। तो इसलिए थोड़े कॉन्सैप्ट दे नाल जड़ा है आपां इन्हां दे जीवन नू वेख रहे हाँ। हुण इस तो बाद जेकर अगली गल करिए तो अगली गल आउंदी है ख्वाजा बाकी बिल्ला तो बाद अगला जड़ा सूफी फकीर है जिन्हां ने इस नक्शबंदी सिलसिले नू वड्डे पद्धर उत्ते फैलाया और जिन्हां दे करके नक्शबंदी सिलसिला जड़ा है वो काफ़ी विकसित भी होया और वो सी ख्वाजा और इन्हें अहमद सरहंदी जिन्हां नू अलग अलग नामां दे नाल भी पुकारिया गया, जिन्हां दा नाम अहमद अल फरूकी भी इन्हां नू कहा गया या अल सरहंदी ये पूरा नाम इन्हां दा जो है सानू मिलता है। पर शॉर्ट दे विच अगर तुहानू पूरा नाम नहीं याद हुंदा तो तुसी अहमद सरहंदी भी लिख सकते हो। अहमद सरहंदी का जिहड़ा जन्म है वो पंजाब दे सरहंद दे विच होया, पंजाब दे सरहंद इलाके दे विच होया। हुण अहमद सरहंदी जिहड़े ने इन्हां ने
ਨਕਸ਼ਬੰਦੀ ਸਿਲਸਿਲੇ ਨੂੰ ਇੱਕ ਅਲੱਗ ਰਾਹ 'ਤੇ ਤੋਰਿਆ। ਹੁਣ ਅਲੱਗ ਰਾਹ 'ਤੇ ਕਿਵੇਂ ਤੋਰਿਆ? ਜੇਕਰ ਅਸੀਂ ਇਹਨਾਂ ਦੇ ਸਮੇਂ ਦੀ ਗੱਲ ਕਰੀਏ ਤਾਂ ਇਹਨਾਂ ਦਾ ਸਮੇਂ ਜੋ ਹੈ ਉਹ 1564 ਤੋਂ ਲੈ ਕੇ 1624 ਤੱਕ ਦਾ ਰਿਹਾ। ਹੁਣ ਕਿਹਾ ਜਾਂਦਾ ਹੈ, ਅਹਿਮਦ ਸਰਹੰਦੀ ਦੇ ਬਾਰੇ 'ਚ ਕਿਹਾ ਜਾਂਦਾ ਹੈ, ਇਤਿਹਾਸਕਾਰ ਇਹ ਲਿਖਦੇ ਨੇ ਕਿ ਇਹ ਖਤਨਾ ਕੀਤੇ ਬਿਨਾਂ ਇਹਨਾਂ ਦਾ ਜਨਮ ਹੋਇਆ ਹੈ। ਖਤਨਾ ਕੀਤੇ ਬਿਨਾਂ, ਜਿਵੇਂ ਕਿ ਮੁਹੰਮਦ ਸਾਹਿਬ ਦੇ ਬਾਰੇ ਲਿਖਦੇ ਨੇ, ਇਸੇ ਤਰ੍ਹਾਂ ਇਹ ਵੀ ਲਿਖਿਆ ਜਾਂਦਾ ਹੈ ਕਿ ਖਤਨਾ ਕੀਤੇ ਬਿਨਾਂ ਇਹਨਾਂ ਦਾ ਜਨਮ ਹੋਇਆ। ਕਿ ਮੁਹੰਮਦ ਪਰਮਾਤਮਾ ਨੇ ਜੋ ਮਸਾਲਾ ਬਣਾਇਆ, ਜਿਸ ਮਸਾਲੇ ਤੋਂ ਕਿਉਂਕਿ ਜਦ ਅਸੀਂ ਜੀਵਨ ਦੀ ਗੱਲ ਕਰਦੇ ਹਾਂ ਕਿ ਇਨਸਾਨੀ ਜੀਵਨ ਜੋ ਹੈ ਇਹ ਮਾਂ ਦੇ ਕੁੱਖ ਤੋਂ ਜਿਹੜਾ ਹੈ ਬੱਚਾ ਹੈ ਉਹ ਜਨਮ ਲੈਂਦਾ ਹੈ। ਪਰ ਜਦ ਅਸੀਂ ਇਸਲਾਮ ਧਰਮ ਨੂੰ ਪੜ੍ਹੀਏ ਤਾਂ ਪੈਗੰਬਰ ਮੁਹੰਮਦ ਸਾਹਿਬ ਦੀ ਜਦ ਗੱਲ ਆਉਂਦੀ ਹੈ ਤਾਂ ਉੱਥੇ ਲਿਖਿਆ ਜਾਂਦਾ ਹੈ ਕਿ ਖਤਨਾ ਕੀਤੇ ਬਿਨਾਂ ਹੀ ਮੁਹੰਮਦ ਸਾਹਿਬ ਦਾ ਜਨਮ ਹੋਇਆ। ਪਰਮਾਤਮਾ ਨੇ ਮਸਾਲਾ ਤਿਆਰ ਕੀਤਾ, ਉਸ ਮਸਾਲੇ ਤੋਂ ਮੁਹੰਮਦ ਸਾਹਿਬ ਦਾ ਜਿਹੜਾ ਹੈ ਉਹ ਜਿਹੜੇ ਨੇ ਸੰਸਾਰ ਦੇ ਅੰਦਰ ਆਉਂਦੇ ਨੇ। ਤਾਂ ਇਸੇ ਤਰ੍ਹਾਂ ਕਿਹਾ ਜਾਂਦਾ ਹੈ ਕਿ ਮੁਹੰਮਦ ਸਾਹਿਬ, ਪਰਮਾਤਮਾ ਨੇ ਜੋ ਮੁਹੰਮਦ ਸਾਹਿਬ ਦੇ ਲਈ ਮਸਾਲਾ ਤਿਆਰ ਕੀਤਾ ਸੀ ਜਿਸ ਤੋਂ ਉਹਨਾਂ ਦਾ ਜਨਮ ਹੁੰਦਾ ਹੈ, ਤੇ ਉਹ ਜਿਹੜਾ ਮਸਾਲਾ ਹੈ ਉਹ ਬਚ ਚੁੱਕਾ ਸੀ ਤੇ ਉਸ ਬਚੇ ਹੋਏ ਮਸਾਲੇ ਤੋਂ ਹੀ ਅਹਿਮਦ ਸਰਹੰਦੀ ਦਾ ਜਨਮ ਹੋਇਆ। ਇਹ ਜੋ ਹੈ ਲਿਖਿਆ ਗਿਆ ਹੈ, ਇਹ ਕਿਹਾ ਜਾਂਦਾ ਹੈ ਕਿ ਬਚੇ ਹੋਏ ਮਸਾਲੇ ਤੋਂ, ਮੁਹੰਮਦ ਸਾਹਿਬ ਦੇ ਬਚੇ ਹੋਏ ਮਸਾਲੇ ਤੋਂ ਜਿਹੜਾ ਹੈ ਅਹਿਮਦ ਸਰਹੰਦੀ ਦਾ ਜਨਮ ਹੋਇਆ ਹੈ। ਤਾਂ ਇਸ ਦੇ ਬਾਅਦ ਜੇਕਰ ਅਸੀਂ ਗੱਲ ਕਰੀਏ ਤਾਂ ਅਹਿਮਦ ਸਰਹੰਦੀ ਜਿਹੜੇ ਨੇ ਆਪਣੇ ਆਪ ਨੂੰ ਉਲੂਲੇ ਆਜ਼ਮ ਵੀ ਆਖਦੇ ਨੇ। ਆਜ਼ਮ ਮਤਲਬ ਇਸ ਨਾਂ ਤੋਂ ਵੀ ਇਹ ਆਪਣੇ ਆਪ ਨੂੰ ਪੁਕਾਰਦੇ ਨੇ, ਉਲੂਲੇ ਆਜ਼ਮ। ਉਲੂਲੇ ਆਜ਼ਮ ਦਾ ਮਤਲਬ ਸਰਵ ਸ੍ਰੇਸ਼ਟ, ਸਰਵ ਸ੍ਰੇਸ਼ਟ, ਸਰਵ ਸ੍ਰੇਸ਼ਟ मतलब कि ਸਰਵ ਸ੍ਰੇਸ਼ਟ ਕਹਿ ਲਈਏ ਕਿ ਸਭ ਤੋਂ ਉੱਤਮ ਇਨਸਾਨ ਜਿਹੜੇ ਨੇ ਉਹ ਆਪਣੇ ਆਪ ਨੂੰ ਮੰਨਦੇ ਨੇ। ਅਲੂਲੇ ਆਜ਼ਮ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ। ਹੁਣ ਜੇਕਰ ਅਸੀਂ ਗੱਲ ਕਰੀਏ ਤਾਂ ਅਹਿਮਦ ਸਰਹੰਦੀ ਨੇ ਜਦ ਨਕਸ਼ਬੰਦੀ ਸਿਲਸਿਲੇ ਦੇ ਵਿੱਚ ਇਹ ਆਉਂਦੇ ਨੇ ਤਾਂ ਨਕਸ਼ਬੰਦੀ ਸਿਲਸਿਲੇ ਨੂੰ ਇੱਕ ਅਲੱਗ ਨਾਂ ਦੇ ਨਾਲ ਪੁਕਾਰਿਆ ਜਾਂਦਾ ਹੈ। ਉਸ ਸਮੇਂ ਨਕਸ਼ਬੰਦੀ ਸਿਲਸਿਲੇ ਨੂੰ ਪੁਕਾਰਿਆ ਜਾਂਦਾ ਹੈ ਮੁਜਦੀਦੀ, ਨਕਸ਼ਬੰਦੀ ਮੁਜਦੀਦੀ ਸਿਲਸਿਲੇ ਦੇ ਨਾਲ ਪੁਕਾਰਿਆ ਜਾਂਦਾ ਹੈ। ਕਿਉਂ ਪੁਕਾਰਿਆ ਜਾਂਦਾ ਹੈ? ਮੁਜਦੀਦੀ ਨਕਸ਼ਬੰਦੀ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਮੁਜਦੀਦੀ ਦਾ ਮਤਲਬ ਹੁੰਦਾ ਹੈ ਮੁੜ ਸੁਰਜੀਤ ਕਰਨਾ। ਮਤਲਬ ਜਦ ਕੋਈ ਚੀਜ਼ ਖਤਮ ਹੋ ਗਈ ਹੋਏ ਉਸ ਨੂੰ ਫਿਰ ਤੋਂ ਜੀਵਿਤ ਕਰਨਾ, ਰਿਨਿਊ ਕਰਨਾ, ਮੁੜ ਸੁਰਜੀਤ ਕਰਨਾ। ਤਾਂ ਕਿਹਾ ਜਾਂਦਾ ਹੈ ਕਿ ਇਹਨਾਂ ਨੇ ਇਸਲਾਮ ਨੂੰ ਫਿਰ ਤੋਂ ਸੁਰਜੀਤ ਕੀਤਾ, ਮੁੜ ਸੁਰਜੀਤ ਕਰਨਾ। ਕਿ ਉਸ ਸਮੇਂ ਇਸਲਾਮ ਦੇ ਵਿੱਚ ਬਹੁਤ ਸਾਰੀ ਜਿਹੜੀ ਹੈ ਕਹਿ ਲਈਏ ਕਿ ਗਿਰਾਵਟ ਆ ਚੁੱਕੀ ਸੀ, ਇਸਲਾਮਿਕ ਵਿਚਾਰਾਂ ਦੇ ਵਿੱਚ ਗਿਰਾਵਟ ਆ ਚੁੱਕੀ ਸੀ। ਔਰ ਅਹਿਮਦ ਸਰਹੰਦੀ ਇੱਕ ਐਸੇ ਸੂਫੀ ਫਕੀਰ ਹੋਏ ਨੇ ਜਿਨ੍ਹਾਂ ਨੇ ਇਸਲਾਮਿਕ ਵਿਚਾਰਧਾਰਾ ਨੂੰ ਫਿਰ ਤੋਂ ਮੁੜ ਸੁਰਜੀਤ ਕੀਤਾ, ਉਹ ਇਸਲਾਮ ਦੇ ਵਿੱਚ ਫਿਰ ਨਵੀਂ ਰੂਹ ਫੂਕੀ। ਤਾਂ ਇਸ ਲਈ ਉਸ ਸਮੇਂ ਇਹਨਾਂ ਦੇ ਨਾਂ ਦੇ ਨਾਲ ਨਕਸ਼ਬੰਦੀ ਮੁਜਦੀਦੀ ਜੋੜਿਆ ਗਿਆ। ਕਿਉਂ? ਮੁਜਦੀਦੀ ਦਾ ਮਤਲਬ ਮੁੜ ਸੁਰਜੀਤ ਕਰਨਾ। ਹੁਣ ਮੁੜ ਸੁਰਜੀਤ ਕਿਵੇਂ ਕੀਤਾ ਇਹਨਾਂ ਨੇ? ਕਿਉਂਕਿ ਮੈਂ ਪਿੱਛੇ ਵੀ ਗੱਲ ਕਰਕੇ ਆ ਚੁੱਕੀ ਹਾਂ ਕਿ ਬਾਕੀ ਬਿੱਲਾ ਦੇ ਸਮੇਂ ਜਿਹੜਾ ਹੈ ਅਕਬਰ ਪਾਸ਼ਾ ਜਿਹੜਾ ਅਕਬਰ ਹੋਏ ਨੇ ਉਹਨਾਂ ਦਾ ਰਾਜ ਰਿਹਾ। ਔਰ ਅਕਬਰ ਨੇ ਜਿਹੜਾ ਹੈ ਉਹ ਇਸਲਾਮ ਨੂੰ ਉਦਾਰਵਾਦੀ ਤਰੀਕੇ ਦੇ ਨਾਲ ਅਪਣਾਇਆ ਤੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਉਸਨੇ ਉਹ ਕੀਤੀਆਂ ਜੋ ਇਸਲਾਮ ਦੇ ਵਿੱਚ ਪ੍ਰਵਾਨ ਨਹੀਂ ਚੜ੍ਹਦੀਆਂ ਸਨ। ਜੋ ਇਸਲਾਮਿਕ ਜੋ ਫਕੀਰ ਹੋਏ ਨੇ ਜਾਂ ਜਿਹੜੇ ਸੂਫੀ ਫਕੀਰ ਉਸ ਸਮੇਂ ਜਿਨ੍ਹਾਂ ਨੇ ਰੂੜੀਵਾਦੀ ਤਰੀਕੇ ਦੇ ਨਾਲ ਇਸਲਾਮ ਨੂੰ ਅਪਣਾਇਆ, ਉਹਨਾਂ ਨੇ ਉਹਨਾਂ ਚੀਜ਼ਾਂ ਨੂੰ ਪ੍ਰਵਾਨ ਨਹੀਂ ਕੀਤਾ, ਅਕਬਰ ਦੀਆਂ ਕੀਤੀਆਂ ਹੋਈਆਂ ਚੀਜ਼ਾਂ ਨੂੰ। ਤਾਂ ਕਿਧਰੇ ਨਾ ਕਿਧਰੇ ਇਹ ਮੰਨਿਆ ਜਾ ਰਿਹਾ ਸੀ ਕਿ ਜੋ ਰਾਜ ਦੇ ਵਿੱਚ ਜੋ ਗਿਰਾਵਟ ਹੈ, ਇਸਲਾਮਿਕ ਰਾਜ ਦੇ ਵਿੱਚ ਜੋ ਗਿਰਾਵਟ ਹੈ ਉਹ ਆ ਚੁੱਕੀ ਹੈ, ਇਸਲਾਮ ਦੇ ਵਿੱਚ ਕਿਧਰੇ ਨਾ ਕਿਧਰੇ ਢਹਿੰਦੀ ਕਲਾ ਨਜ਼ਰ ਆ ਰਹੀ ਹੈ। ਤਾਂ ਉਹਨਾਂ ਚੀਜ਼ਾਂ ਨੂੰ ਫਿਰ ਤੋਂ ਖਤਮ ਕਰਨ ਦੇ ਲਈ ਜਿਹੜਾ ਹੈ ਅਹਿਮਦ ਸਰਹੰਦੀ ਨੇ ਕਦਮ ਚੁੱਕੇ। ਇਹਨਾਂ ਨੇ ਵੱਡੇ ਪੱਧਰ ਦੇ ਉੱਤੇ ਜਿਹੜਾ ਅਕਬਰ ਰਾਜਾ ਹੈ ਉਸ ਨੂੰ ਕ੍ਰਿਟਿਸਾਈਜ਼ ਕੀਤਾ। ਔਰ ਜਿਹੜੇ ਸੂਫੀ ਫਕੀਰ ਜਿਨ੍ਹਾਂ ਨੇ ਕਹਿ ਲਈਏ ਸ਼ੇਖ ਫਰੀਦ ਜੀ ਜੋ ਕਿ ਚਿਸ਼ਤੀ ਸੰਪਰਦਾ ਦੇ ਨਾਲ
पंथ रखते सन जिन्हों ने इस्लाम नू उदारवादी तरीके दे नाल अपनाया। और अहमद सरहंदी ने उन्होंने सूफी फकीरां नू भी मतलब खुल के उन्होंने क्रिटिसाइज़ किया कि वो इस्लाम नू किधरे ना किधरे टै ढेरी कर रहे हैं, क्योंकि वो इस्लाम नू रूढ़ीवादी तरीके दे नाल नहीं अपना रहे। तो अहमद सरहंदी ने उन्होंने फकीरां दा या राज दा जड़ा है वो उन्होंने क्रिटिसाइज़ भी वड्डे लैवल उत्ते कीता। ईवन कि इन्हों चिट्ठियां भी लिखियां कि तुसी इस्लाम नू किधरे ना किधरे ख़त्म कर रहे हो, तुहाडे करके इस्लाम नू किधरे ना किधरे मुश्किलों का सामना करना पै रहा है। तो इस दे नाल ही जेकर असी अहमद सरहंदी की गल करिए तो जहांगीर तुझके जहांगीरी जो कि जहांगीर ने लिखी, तुझके जहांगीरी जो किताब है उस दे अंदर ये लिखिया मिलता है कि जब गुरु अर्जन देव पातशाह जी की शहादत होंदी है तो अहमद सरहंदी जिहड़ा है वो चिट्ठी लिख के अपनी जड़ी है वो खुशी मनाउंदा है, क्योंकि उस समय सिक्खी जो है वो बहुत वड्डे पद्धर दे उत्ते इस्लाम दी अखां दे विच इन्हां सूफी फकीरां दे अखां दे विच रड़कदी है, क्योंकि सिक्खी जिहड़ा है वो दिन प्रतिदिन अपना विकास करदी नज़र आउंदी है इन्हां नूं। और इन्हां नूं लगदा है कि सिक्खी ही जिहड़ी है अगे जाके इस्लाम नूं किधरे ना किधरे इस्लाम दे विकास दे विच किधरे ना किधरे रोड़ा बन सकती है। इसलिए जब गुरु अर्जन देव पातशाह जी की शहादत होंदी है तो अहमद सरहंदी जिहड़ा है वो चिट्ठी लिख के खुशी जाहिर करता है। क्यों खुशी जाहिर करता है? क्योंकि उस समय गुरु अर्जन देव पातशाह बहुत वड्डे लैवल उपर सिक्खी दे विकास दे विच काम कर चुके सन। कह लीए कि उस समय सिखां नूं उन्हां दा कॉन्स्टिट्यूशन जिहड़ा है रिटन कॉन्स्टिट्यूशन गुरु ग्रंथ साहिब जी के रूप दे विच गुरु अर्जन देव पातशाह सौंप चुके सन। तो यह बहुत वड्डा जिहड़ा एक कारण जो है, जो असीं कह लीए कि गुरु ग्रंथ साहिब जी की संपादना बहुत वड्डा कारण जो है वो बनी कि गुरु अर्जन देव पातशाह नूं शहादत दा जाम पीना पिया, क्योंकि रिटन कॉन्स्टिट्यूशन किसी कौम का आउना दूजी कौमां दे लई एक खतरा जापदा सी। तो इस दे लई जिहड़ा है अहमद शाह सरहंदी जिहड़ा है वो खुशी मनाउंदा है जब गुरु अर्जन देव पातशाह जी की शहादत हुंदी है। हुण उस दे बाद भी देखिए तो बहुत सारे चीज़ां दे विच अपना जिहड़ा है योगदान पाउंदा है वड्डे लैवल उत्ते, क्योंकि दूसरे सूफी फकीरां नूं क्रिटिसाइज़ करना, खुल के अपने विचार रखने, खुल के लोगों नूं दसना कि रूढ़ीवादी तरीके दे नाल इस्लाम नूं कबूलिया जावे। तो इसलिए कहा जाता है कि अहमद सरहंदी ने जिहड़ा है वो नक्शबंदी सिलसिले नूं किधरे ना किधरे वड्डे लैवल उत्ते इसनूं विकसित किया। हुण जेकर असी गल करिए तो इन्हां अहमद सरहंदी ने इत्थे तक राज सत्ता नूं कहा कि राज सत्ता दे विच ऐसी चेंजिस कीतियां जावन जो कि इस्लाम नूं कट्टरपंथी तरीके दे नाल अपनाउण दे विच सहायक होण। भाव कि इसदा अहमद सरहंदी दा ये मनना सी कि मुगल स्टेट जिहड़ी है मुगल राज दे विच जिहड़ी चेंजिस ने वो अकॉर्डिंग टू सुन्नी फेथ की जान, कि जो सुन्नी विचारधारा दे अनुकूल होवन, मतलब इस दे अनुकूल होके ही मुगल स्टेज दे विच जिहड़ियां तब्दीलियां ने, मुगल राज दे विच जिहड़ियां तब्दीलियां ने वो कीतियां जावन। तो अहमद सरहंदी दा इस तरह का जीवन रहा कि उन्होंने नक्शबंदी लहर नूं पंजाब दे अंदर विकसित किया, खुल के दूजे सूफी फकीरां नूं क्रिटिसाइज़ किया और रूढ़ीवादी तरीके दे नाल लोकां नूं इस्लाम धारण करन लई उन्हां दे अंदर जिहड़ा है जोश भरिया, फिर इस्लामिक विचारधारा नूं मुड़ सुरजीत किया जो कि रूढ़ीवादी तरीके दे नाल संबंधित सी। हुण उस दे बाद जेकर असीं अहमद सरहंदी तो बाद देखिए तो दो जिहड़े ऐसे होर सूफी फकीर होए ने जिन्हां दा जिक्र करना लाजमी बनता है। अहमद सरहंदी तो बाद जिहड़े सूफी फकीर होए ने उन्हां दे विच एक नाम आउंदा है शाह वली उला। शाह वली उला और दूजा नाम आंदा है मिर्जा मजहर। मिर्जा मजहर जाने
जाने जहाँ। ਇਹ ਦੋ ਜਿਹੜੇ ਸੂਫੀ ਫਕੀਰ ਨੇ ਇਹ ਅਹਿਮਦ ਸਰਹੰਦੀ ਤੋਂ ਬਾਅਦ ਆਉਂਦੇ ਨੇ। ਜੇਕਰ ਸ਼ਾਹ ਵਲੀ ਹੁੱਲਾ ਦੀ ਗੱਲ ਕਰੀਏ ਤਾਂ ਇਹਨਾਂ ਨੇ ਸੇਮ ਜਿਸ ਤਰ੍ਹਾਂ ਦੀ ਵਿਚਾਰਧਾਰਾ ਅਹਿਮਦ ਸਰਹੰਦੀ ਦੀ ਸੀ ਉਸੇ ਤਰ੍ਹਾਂ ਦੀ ਵਿਚਾਰਧਾਰਾ ਸ਼ਾਹ ਵਲੀ ਹੁੱਲਾ ਨੇ ਵੀ ਅਪਣਾਈ। ਇਹਨਾਂ ਨੇ ਵੀ ਇਸਲਾਮ ਨੂੰ ਰੂੜੀਵਾਦੀ ਤਰੀਕੇ ਨਾਲ ਅਪਣਾਇਆ। ਇਸਲਾਮ ਨੂੰ ਸੇਮ ਉਹੀ ਜਿਹੜੇ ਸਟੈਪਸ ਜਿਹੜੇ ਅਹਿਮਦ ਸਰਹੰਦੀ ਨੇ ਫਾਲੋ ਕੀਤੇ ਔਰ ਉਹੀ ਸਟੈਪਸ ਜਿਹੜੇ ਨੇ ਸ਼ਾਹ ਵਲੀ ਉਲਾ ਵੀ ਉਹਨਾਂ ਨਕਸ਼ੇ ਕਦਮ ਉੱਤੇ ਜਿਹੜੇ ਚਲੇ ਨੇ। ਜੇਕਰ ਅਸੀਂ ਮਿਰਜ਼ਾ ਮਜਹਰ ਜਾਨੇ ਜਹਾਂ ਦੀ ਗੱਲ ਕਰੀਏ ਤਾਂ ਇਹਨਾਂ ਨੇ ਇਸਲਾਮ ਨੂੰ ਜਾਂ ਨਕਸ਼ਬੰਦੀ ਸਿਲਸਿਲੇ ਦੇ ਵਿੱਚ ਇਹਨਾਂ ਦਾ ਜ਼ਿਕਰ ਆਉਂਦਾ ਹੈ। ਇਹਨਾਂ ਨੇ ਇੱਥੇ ਉਦਾਰਵਾਦੀ ਤਰੀਕਾ ਅਪਣਾਇਆ। ਉਦਾਰਵਾਦੀ ਤਰੀਕਾ ਮਿਰਜ਼ਾ ਮਜਹਰ ਜਾਨੇ ਜਹਾਂ ਨੇ ਉਦਾਰਵਾਦੀ ਤਰੀਕੇ ਦੇ ਨਾਲ ਨਕਸ਼ਬੰਦੀ ਲਹਿਰ ਨੂੰ ਨਕਸ਼ਬੰਦੀ ਸਿਲਸਿਲੇ ਨੂੰ ਤੋਰਿਆ। ਹੁਣ ਜੇਕਰ ਅਸੀਂ ਇਹਨਾਂ ਦੋਨਾਂ ਚੀਜ਼ਾਂ ਦੀ ਗੱਲ ਕਰੀਏ ਤਾਂ ਇੱਥੇ ਰੂੜੀਵਾਦ ਸਾਨੂੰ ਮਿਲਦਾ ਹੈ ਔਰ ਇੱਥੇ ਉਦਾਰਵਾਦੀ ਤਰੀਕਾ ਮਿਲਦਾ ਹੈ। ਇੱਥੇ ਸਾਨੂੰ ਨੈਤਿਕ ਕਦਰਾਂ ਕੀਮਤਾਂ ਮਿਲਦੀਆਂ ਨੇ। ਨੈਤਿਕ ਕਦਰਾਂ ਕੀਮਤਾਂ ਹੁਣ ਅਖੀਰ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਸਟਾਰਟਿੰਗ ਤਾਂ ਜਿਹੜੀ ਨਕਸ਼ਬੰਦੀ ਲਹਿਰ ਹੈ ਉਹ ਰੂੜੀਵਾਦੀ ਸੋਚ ਦੇ ਨਾਲ ਹੋਈ, ਕਿਉਂਕਿ ਬਹਾਉਦੀਨ ਨੂੰ ਜਦ ਆਪਾਂ ਵੇਖਦੇ ਹਾਂ ਤਾਂ ਉਹ ਵੀ ਇੱਕ ਰੂੜੀਵਾਦੀ ਜਿਹੜੇ ਨੇ ਕਟਰਪੰਥੀ ਇਸਲਾਮਿਕ ਸੂਫੀ ਫਕੀਰ ਹੋਏ ਨੇ। ਸਟਾਰਟਿੰਗ ਤਾਂ ਨਕਸ਼ਬੰਦੀ ਲਹਿਰ ਦੀ ਰੂੜੀਵਾਦੀ ਤਰੀਕੇ ਨਾਲ ਹੁੰਦੀ ਹੈ, ਪਰ ਜਦ ਆਪਾਂ ਅਖੀਰ ਦੇ ਵਿੱਚ ਪੁੱਜਦੇ ਹਾਂ ਤਾਂ ਇੱਥੇ ਉਦਾਰਵਾਦੀ ਤਰੀਕਾ ਜਿਹੜਾ ਹੈ ਨਕਸ਼ਬੰਦੀ ਲਹਿਰ ਦੇ ਅੰਦਰ ਮਿਲਦਾ ਹੈ। ਹੁਣ ਆਪਾਂ ਅਖੀਰ ਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਕੰਜ਼ਰਵੇਟਿਵ ਸੋਚ ਤੋਂ ਰੂੜੀਵਾਦੀ ਸੋਚ ਤੋਂ ਕੰਜ਼ਰਵੇਟਿਵ ਸੋਚ ਤੋਂ ਜਿਹੜੀ ਸੋਚ ਹੈ ਉਹ ਕਿਸ ਦੇ ਵਿੱਚ ਤਬਦੀਲ ਹੁੰਦੀ ਹੈ? ਉਹ ਹੁੰਦੀ ਹੈ ਸਾਡੀ ਸਿਨਕ੍ਰੈਟਿਕ ਸੋਚ ਦੇ ਵਿੱਚ, ਮਤਲਬ ਸਮਕਾਲੀ ਸੋਚ ਦੇ ਵਿੱਚ। ਸਮਕਾਲੀ ਸੋਚ ਹੋ ਗਈ ਕਿ ਸਟਾਰਟਿੰਗ ਤਾਂ ਰੂੜੀਵਾਦੀ ਤੋਂ ਹੋਈ ਸੀ, ਮਤਲਬ ਸਿਰਫ ਇੱਕ ਰੂੜੀਵਾਦੀ ਸੋਚ ਹੀ ਸੀ, ਇਸ ਦੇ ਵਿੱਚ ਕੋਈ ਮਿਲਾਵਟ ਨਹੀਂ ਸੀ। ਪਰ ਜਦ ਅਸੀਂ ਅਖੀਰ ਦੇ ਵਿੱਚ ਪਹੁੰਚਦੇ ਹਾਂ ਤਾਂ ਅਖੀਰ ਦੇ ਵਿੱਚ ਸਾਨੂੰ ਉਦਾਰਵਾਦੀ ਸੋਚ ਵੀ ਨਜ਼ਰ ਆ ਜਾਂਦੀ ਹੈ। ਉਦਾਰਵਾਦੀ ਕਹਿ ਲਈਏ ਤਾਂ ਇੱਥੇ ਸਾਨੂੰ ਕੰਬੀਨੇਸ਼ਨ ਮਿਲਦਾ ਹੈ ਰੂੜੀਵਾਦੀ ਦਾ ਤੇ ਉਦਾਰਵਾਦੀ ਦਾ। ਤੇ ਇਸ ਲਈ ਜਿਹੜੀ ਇਹ ਲਹਿਰ ਹੈ, ਇਹ ਜਿਹੜਾ ਸਿਲਸਿਲਾ ਹੈ, ਇਹ ਕੰਜ਼ਰਵੇਟਿਵ ਤੋਂ ਸੈਂਕ੍ਰਿਟਿਕ ਸੋਚ ਤੱਕ ਆਉਂਦਾ ਹੈ। ਭਾਵ ਕਿ ਰੂੜੀਵਾਦੀ ਤੋਂ ਸਮਕਾਲੀ ਸੋਚ ਸਾਨੂੰ ਇਸ ਸਿਲਸਿਲੇ ਦੇ ਅੰਦਰ ਮਿਲਦੀ ਹੈ। ਇਹ ਸੀ ਨਕਸ਼ਬੰਦੀ ਸਿਲਸਿਲਾ ਕਿ ਕਿਵੇਂ ਨਕਸ਼ਬੰਦੀ ਸਿਲਸਿਲੇ ਦਾ ਮੁੱਢ ਬਣਿਆ ਗਿਆ, ਕਿਵੇਂ ਉਹ ਭਾਰਤ ਦੇ ਅੰਦਰ ਵਿਕਸਿਤ ਹੋਇਆ, ਕਿਵੇਂ ਵੱਖ-ਵੱਖ ਜਿਹੜੇ ਸੂਫੀ ਫਕੀਰ ਨੇ ਉਹਨਾਂ ਨੇ ਆਪਣੇ ਲੈਵਲ ਤੇ ਇਸ ਦਾ ਪ੍ਰਚਾਰ ਤੇ ਪ੍ਰਸਾਰ ਕਿਵੇਂ ਕੀਤਾ। ਬੇਸਿਕਲੀ ਇੱਕ ਰੂੜੀਵਾਦੀ ਕਟਰਪੰਥੀ ਸਿਲਸਿਲਾ ਸੀ ਜੋ ਬਾਅਦ ਵਿੱਚ ਇੱਕ ਸਮਕਾਲੀ ਸਿਲਸਿਲਾ ਬਣ ਕੇ ਨਿਖਰਦਾ ਹੈ, ਸਾਹਮਣੇ ਆਉਂਦਾ ਹੈ। ਅਗਲੀ ਕਲਾਸ ਦੇ ਵਿੱਚ ਆਪਾਂ ਕਰਾਂਗੇ ਨੈਕਸਟ ਜਿਹੜਾ ਸਿਲਸਿਲਾ ਸਾਡਾ ਬਚ ਚੁੱਕਾ ਹੈ ਉਹ ਹੈ ਕਾਦਰੀਆ ਸਿਲਸਿਲਾ। ਕਾਦਰੀਆ ਸਿਲਸਿਲੇ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ, ਕਿਹੜੇ-ਕਿਹੜੇ ਸੂਫੀ ਫਕੀਰਾਂ ਨੇ ਆਪਣਾ ਯੋਗਦਾਨ ਉਸ ਸਿਲਸਿਲੇ ਨੂੰ ਫੈਲਾਉਣ ਦੇ ਵਿੱਚ ਦਿੱਤਾ, ਇਹ ਸਾਰੀਆਂ ਗੱਲਾਂ ਆਪਾਂ ਅਗਲੀ ਕਲਾਸ ਦੇ ਵਿੱਚ ਕਰਾਂਗੇ। ਅਗਰ ਤੁਹਾਨੂੰ ਲੱਗਦਾ ਹੈ ਕਿ ਅੱਜ ਦੀ ਕਲਾਸ ਦੇ ਵਿੱਚ ਹੋਰ ਕੁਝ ਵੀ ਐਡ ਕਰਨਾ ਚਾਹੀਦਾ ਹੈ ਜਾਂ ਸਟਾਰਟਿੰਗ ਦੇ ਵਿੱਚ ਆਪਾਂ ਜਿਹੜੀ ਗੱਲ ਕੀਤੀ ਕਿ ਜਿਹੜੇ 11 ਨਿਯਮ ਜਿਹੜੇ ਨਕਸ਼ਬੰਦੀ ਸਿਲਸਿਲੇ ਦੇ ਅੰਦਰ ਸੂਫੀ ਫਕੀਰਾਂ ਨੂੰ ਲਾਜ਼ਮੀ ਕੀਤੇ ਗਏ, ਜੇਕਰ ਤੁਹਾਨੂੰ ਉਹ ਨਿਯਮ ਪੜ੍ਹਨੇ ਨੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ। ਅੱਜ ਦੀ ਕਲਾਸ ਤੁਹਾਨੂੰ ਕਿਵੇਂ ਲੱਗੀ ਉਹ ਜ਼ਰੂਰ ਦੱਸਣਾ। इस चैनल नू सबसक्राइब जरूर करना, लाइक जरूर करना और कमेंट प्लीज़ जरूर करना ताकि मैनू भी मोटिवेशन मिलती रहे और तुहाडा जिहड़ा और तुहाडे नाल जिहड़ा इंटरैक्टिव जिहड़ा पोर्शन है, इंटरैक्टिव जिहड़ा सैशन है वो साडा बनिया रहे। अज दी क्लास लई धन्यवाद।